ਹਰ ਬੰਦ ਪਵੈ ਕਰ ਬੰਦ ਗੁਰ ਸੁਖ ਕੰਦ ਸਦਾ ਸੁਖ ਧੁੰਦਨ ਕੰਦੋ ਅਰਬਿੰਦ ਪਦੰਗ ਮਨ ਹੋ ਮਲਿੰਦ ਜੋ ਮੋਗੋ ਮੂਲ ਵਿਨਾਸ਼ ਬਿਨੰਦ ਸੋਈਆ ਹਰ ਬੰਦ ਪਵੈ ਕਰ ਬੰਦ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਚਾਬਰ ਛਾਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸੰਧਿਆ ਦੇ ਦੀਵਾਨ ਦੇ ਵਿੱਚ ਸਤਿਗੁਰਾਂ ਦੇ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਦੇ ਮਕਸਦ ਦੇ ਨਾਲ ਬੜੀ ਭਾਵਨਾ ਸਹਿਤ ਆਪਾਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਜੀ ਦੀ ਦਇਆ ਦਾ ਸਦਕਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਜਿਵੇਂ ਭਾਈ ਬਾਲੇ ਵਾਲੇ ਜਨਮ ਸਾਖੀ ਦਾ ਸਹਾਰਾ ਲੈ ਕੇ, ਓਟ ਆਸਰਾ ਲੈ ਕੇ, ਰੈਫਰੈਂਸ ਲੈ ਕੇ ਸੁੰਦਰ ਛੰਦਾਬੰਦੀ ਸੋਹਣੇ ਕਾਵ ਦੇ ਨਿਯਮਾਂ ਦੇ ਵਿੱਚ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਵਰਣਨ ਕੀਤਾ ਹੈ। ਆਪਾਂ ਪਿਛਲੇ ਸਮੇਂ ਤੋਂ ਲੜੀਵਾਰ ਇਤਿਹਾਸਕ ਪ੍ਰਸੰਗਾਂ ਨੂੰ ਗੁਰੂ ਕਿਰਪਾ ਦੁਆਰਾ ਰਲ ਮਿਲ ਕੇ ਸਾਂਝਾ ਕਰਦੇ ਆ ਰਹੇ ਹਾਂ। ਅੱਜ 11ਵੇਂ ਅਧਿਆਏ ਦੀ ਸ਼ੁਰੂਆਤ ਹੋ ਰਹੀ ਹੈ। ਬੀਤੇ ਕੱਲ ਆਪਾਂ ਸਰਵਣ ਕੀਤਾ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਾਲ ਅਵਸਥਾ ਵਿੱਚ ਜਿਸ ਵੇਲੇ ਬਹੁਤ ਉਪਰਾਮ ਰਹਿਣ ਲੱਗ ਪਏ ਔਰ ਦੀਵਾਨਿਆਂ ਮਸਤਾਨਿਆਂ ਵਾਲੀ ਹਾਲਤ ਦੇ ਵਿੱਚ ਸਤਿਗੁਰੂ ਸਾਹਿਬ ਜੀ ਹਮੇਸ਼ਾ ਹੀ ਉਪਰਾਮਤਾ ਦੇ ਸਹਿਤ ਜਿੱਥੇ ਦਿਲ ਕਰੇ ਉੱਥੇ ਹੀ ਪਏ ਰਿਹਾ ਕਰਨ, ਕਿਸੇ ਨਾਲ ਨਾ ਬੋਲਣ ਨਾ ਚੱਲਣ। ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਭਾਅ ਨੂੰ ਧਾਰਨ ਕਰ ਲਿਆ। ਇਹਨਾਂ ਦੇ ਮਨ ਦੀ ਉਪਰਾਮਤਾ ਨੂੰ ਦੇਖ ਕਰਕੇ ਸਤਿਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ, ਇਹਨਾਂ ਦੇ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਇਆ ਕਿ ਆਪਣੇ ਪੁੱਤਰ ਨੂੰ ਕਿਸੇ ਨਾ ਕਿਸੇ ਛੋਟੇ ਮੋਟੇ ਕੰਮਕਾਰ ਦੇ ਉੱਤੇ ਲਾਇਆ ਜਾਵੇ ਤਾਂ ਕਿ ਇਹਨਾਂ ਦੀ ਕੰਮ ਕਰਨ ਦੇ ਵਿੱਚ ਰੁਚੀ ਵੀ ਪੈਦਾ ਹੋ ਜਾਵੇ ਅਤੇ ਨਾਲ ਹੀ ਇਹਨਾਂ ਦਾ ਜੋ ਦੀਵਾਨਾ ਮਸਤਾਨਾ ਸੁਭਾਅ ਹੈ ਇਹਨੂੰ ਇਹ ਹੌਲੀ ਹੌਲੀ ਛੱਡਦੇ ਜਾਣ, ਇਹਨਾਂ ਦਾ ਮਨ ਲੱਗਿਆ ਰਹੇ ਅਤੇ ਕੰਮਕਾਰ ਕਰਨ ਦੀ ਆਦਤ ਵੀ ਬਣ ਜਾਵੇ। ਇਹ ਸੋਚ ਕੇ ਇੱਕ ਦਿਨ ਬੜੇ ਪਿਆਰ ਨਾਲ ਪੁੱਤਰ ਨੂੰ ਗੋਦ ਦੇ ਵਿੱਚ ਬਿਠਾ ਕੇ ਸਿਰ ਦੇ ਉੱਤੇ ਹੱਥ ਫੇਰ ਕੇ ਆਖਿਆ, ਪੁੱਤਰ ਆਪਣੇ ਘਰ ਦਾ ਜਿਹੜਾ ਸੇਵਕ ਨੌਕਰ ਆ ਨਾ, ਉਹ ਆਪਣੀਆਂ ਮੱਝਾਂ ਗਾਵਾਂ ਨੂੰ ਚਾਰਨ ਵਾਸਤੇ ਬਾਹਰ ਲੈ ਕੇ ਤਾਂ ਜਾਂਦਾ ਹੈ, ਪਰ ਉਹਨੇ ਐਵੇਂ ਸਮਾਂ ਲੰਘਾਉਣ ਵਾਲੀਆਂ ਗੱਲਾਂ ਜਿਹੀਆਂ ਕਰ ਰੱਖੀਆਂ ਹਨ। ਜਿੱਥੇ ਹਰਾ ਹਰਾ ਘਾਹ ਹੁੰਦਾ ਉੱਥੇ ਜਾ ਕੇ ਮੱਝਾਂ ਗਾਵਾਂ ਨੂੰ ਚਾਰਦਾ ਨਹੀਂ, ਐਵੇਂ ਸੁੱਕੇ ਘਾਹ ਵਾਲੇ ਥਾਂ ਉਹਨਾਂ ਦਾ ਮੂੰਹ ਮਰਵਾ ਕੇ ਤੇ ਸ਼ਾਮ ਨੂੰ ਡੰਡੇ ਮਾਰ ਮਾਰ ਕੇ ਘਰ ਨੂੰ ਲੈ ਆਉਂਦਾ ਹੈ। ਤੇ ਪੁੱਤਰ ਤੁਸੀਂ ਸਾਡੇ ਇੱਕੋ ਇੱਕ ਪੁੱਤਰ ਹੋ। ਹਰ ਇੱਕ ਮਾਂ ਬਾਪ ਦਾ ਇਹ ਸੁਪਨਾ ਹੁੰਦਾ ਕਿ ਸਾਡਾ ਬੱਚਾ ਕੰਮਕਾਰ ਕਰੇ, ਤੇ ਜੇਕਰ ਤੁਸੀਂ ਇਹ ਜ਼ਿੰਮੇਵਾਰੀ ਸੰਭਾਲ ਲਓ, ਘਰ ਦੇ ਜਿਹੜੇ ਪਸ਼ੂ ਡੰਗਰ ਹੈ ਇਹਨਾਂ ਨੂੰ ਆਪ ਬਾਹਰ ਜਾ ਕੇ ਚਾਰ ਕੇ ਲਿਆਇਆ ਕਰੋ, ਜਿੱਥੇ ਹਰਾ ਹਰਾ ਵਧੀਆ ਸੋਹਣਾ ਘਾਹ ਹੋਵੇ।
ਤੁਹਾਡਾ ਮਨ ਵੀ ਪਰਚਿਆ ਰਹੇਗਾ ਤੇ ਕੰਮਕਾਰ ਕਰਨ ਦੇ ਵਿੱਚ ਤੁਹਾਡਾ ਮਨ ਵੀ ਲੱਗਣ ਲੱਗ ਪਵੇਗਾ। ਬਾਹਰ ਅੰਦਰ ਜਾਓਗੇ ਆਓਗੇ, ਉਪਰਾਮਤਾ ਤੁਹਾਡੇ ਮਨ ਦੀ ਘਟ ਜਾਵੇਗੀ। ਸਤਿਗੁਰੂ ਸਾਹਿਬ ਜੀ ਨੇ ਪਿਤਾ ਦੇ ਅਨੁਸਾਰੀ ਹੋ ਕੇ ਆਖਿਆ ਕਿ ਪਿਤਾ ਜੀ ਠੀਕ ਹੈ, ਮੈਂ ਕੱਲ ਸਵੇਰੇ ਚਲਿਆ ਜਾਵਾਂਗਾ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੱਝਾਂ ਗਾਵਾਂ ਨੂੰ ਖੋਲ੍ਹ ਕੇ ਉਹਨਾਂ ਦਾ ਟੋਲਾ ਜਿਹਾ ਬਣਾ ਕੇ ਅੱਗੇ ਲਾ ਕੇ ਹੁੰਗਾਰੇ ਜੇ ਮਾਰਦੇ ਹੋਏ ਲੈ ਗਏ। ਹਰਾ ਹਰਾ ਘਾਹ ਚਾਰ ਕੇ ਸ਼ਾਮ ਨੂੰ ਵਾਪਸ ਲਿਆਏ। ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ ਕਿ ਪੁੱਤਰ ਕੰਮਕਾਰ ਕਰਨ ਲੱਗ ਪਿਆ। ਦੂਜੇ ਦਿਨ ਫਿਰ ਅੰਮ੍ਰਿਤ ਵੇਲੇ ਹੀ ਪਿਤਾ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਉਠਾਇਆ, ਮੱਝਾਂ ਗਾਵਾਂ ਦੇ ਰੱਸੇ ਖੋਲ੍ਹੇ। ਪਰ ਸਤਿਗੁਰੂ ਜੀ ਨੇ ਅੱਜ ਹੋਰ ਹੀ ਭਾਣਾ ਵਰਤਾ ਦਿੱਤਾ, ਹੋਰ ਹੀ ਕਲਾ ਵਰਤਾ ਦਿੱਤੀ। ਜਾਣ ਸਾਰੀ ਇੱਕ ਜ਼ਿਮੀਂਦਾਰ ਦਾ ਖੇਤ ਜਿਹੜਾ ਬੜਾ ਜਵਾਰ ਦੀ ਫਸਲ ਦੇ ਨਾਲ ਲਹਿ ਲਹਾਉਂਦਾ ਸੀ, ਹਰਿਆਵਲ ਮਾਰਦਾ ਸੀ, ਸਿੱਟੇ ਨਿਕਲੇ ਹੋਏ ਸਨ। ਉਹਦੀ ਵਾੜ ਨੂੰ ਤੋੜ ਕੇ ਸਾਰੀਆਂ ਮੱਝਾਂ ਗਾਵਾਂ ਉਹਦੇ ਅੰਦਰ ਹੱਕ ਦਿੱਤੀਆਂ। ਮੱਝਾਂ ਗਾਵਾਂ ਨੇ ਬੜੇ ਆਰਾਮ ਦੇ ਨਾਲ ਫਸਲ ਖਾਧੀ ਤੇ ਵਿੱਚੇ ਬੈਠ ਗਈਆਂ। ਕੁਝ ਮਿੱਧ ਦਿੱਤੀ ਬੈਠ ਕੇ ਤੇ ਇਸੇ ਤਰ੍ਹਾਂ ਕੁਝ ਖਾ ਲਈ, ਖੇਤ ਦਾ ਉਜਾੜਾ ਕਰ ਦਿੱਤਾ। ਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਸੁਖਾਲੇ ਜੇ ਹੋ ਕੇ ਆਰਾਮ ਕਰਨ ਲੱਗ ਪਏ, ਸੌਂ ਗਏ। ਜਦੋਂ ਦਿਨ ਦਾ ਚੜ੍ਹਾਅ ਹੋਇਆ, ਇੰਨੇ ਨੂੰ ਖੇਤ ਦਾ ਮਾਲਕ ਕਿਸਾਨ ਆਇਆ। ਉਹਨੇ ਆ ਕੇ ਦੇਖਿਆ ਬਈ ਕਿਹਨੇ ਮੇਰੇ ਖੇਤ ਦੇ ਵਿੱਚ ਇੰਨੇ ਪਸ਼ੂ ਵਾੜ ਦਿੱਤੇ ਆ, ਵਾੜ ਤੋੜ ਕੇ ਮੇਰੀ ਖੇਤੀ ਨੂੰ ਨਖਸਮੀ ਜਾਣ ਲਿਆ ਵੀ ਇਹਦਾ ਕੋਈ ਮਾਲਕ ਹੀ ਨਹੀਂ ਖੇਤੀ ਦਾ। ਬੜੀ ਕਿਸੇ ਨੇ ਢੀਠਤਾਈ ਕੀਤੀ ਹੈ, ਉੱਚੀ ਉੱਚੀ ਬੋਲਣ ਲੱਗ ਪਿਆ। ਇਹਦੇ ਉੱਚੀ ਬੋਲਣ ਦੀ ਆਵਾਜ਼ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ, ਉੱਠ ਕੇ ਪਸ਼ੂਆਂ ਨੂੰ ਬਾਹਰ ਕੱਢਣ ਲੱਗ ਪਏ। ਤੇ ਅੱਗੋਂ ਇਹ ਹੋਰ ਲੋਹਾ ਲਾਖਾ ਹੋ ਗਿਆ। ਕਹਿੰਦਾ ਬਾਲਕਾ, ਤੈਨੂੰ ਇਉਂ ਨਹੀਂ ਜਾਣ ਦੇਣਾ, ਜਿੰਨਾ ਮੇਰੇ ਖੇਤੀ ਦਾ ਉਜਾੜਾ ਕੀਤਾ ਇਹਦਾ ਹਰਜਾਨਾ ਭਰ ਕੇ ਤੇ ਫਿਰ ਤੈਨੂੰ ਪਸ਼ੂ ਘਰ ਨੂੰ ਲੈ ਕੇ ਜਾਣ ਦੇਵਾਂਗਾ। ਚੱਲ ਮੇਰੇ ਨਾਲ। ਮਹਿਤਾ ਕਾਲੂ ਜੀ ਨੂੰ ਤਾਂ ਬਾਅਦ ਦੇ ਵਿੱਚ ਬੁਲਾਵਾਂਗੇ। ਰਾਏ ਬੁਲਾਰ ਦੇ ਕੋਲ ਚੱਲ, ਜਿਹੜਾ ਸਾਡੇ ਇਸ ਨਗਰ ਦਾ ਹਾਕਮ ਹੈ, ਰਾਜਾ ਹੈ, ਤੇ ਉਹਦੇ ਕੋਲ ਜਾ ਕੇ ਤੇਰੀ ਸ਼ਿਕਾਇਤ ਕਰਦਾ। ਇਉਂ ਕਹਿ ਕੇ ਸਾਰੀਆਂ ਮੱਝਾਂ ਗਾਵਾਂ ਨੂੰ ਅੱਗੇ ਲਾ ਕੇ ਹੱਕ ਲਿਆ। ਸਤਿਗੁਰੂ ਸਾਹਿਬ ਜੀ ਇਹਨੂੰ ਬਹੁਤ ਸਮਝਾਉਂਦੇ ਆ ਵੀ ਭਾਈ ਜਿਹੜਾ ਨੁਕਸਾਨ ਹੋਣਾ ਸੀ ਉਹ ਹੋ ਚੁੱਕਿਆ ਹੈ। ਹੁਣ ਲੜਾਈ ਝਗੜਾ ਕਰਨ ਦੇ ਨਾਲ ਫਸਲ ਤਾਂ ਵਾਪਸ ਨਹੀਂ ਆ ਸਕਦੀ ਨਾ, ਨਾਲੇ ਜਿੰਨਾ ਵਾਹਿਗੁਰੂ ਨੇ ਤੇਰੀ ਪ੍ਰਾਲਬਧ ਵਿੱਚ ਲਿਖਿਆ ਉਹਨਾਂ ਤੈਨੂੰ ਮਿਲ ਜਾਣਾ। ਤੇ ਐਵੇਂ ਕੋਈ ਚੀਜ਼ ਗਵਾ ਕੇ ਉਹਦੇ ਨਾਲ ਰਗੜੇ ਝਗੜੇ ਜੇ ਖੜੇ ਕਰੀ ਜਾਣੇ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਕਿਸਾਨਾਂ, ਇਹਦੇ ਨਾਲ ਉਹ ਨੁਕਸਾਨ ਦੀ ਪੂਰਤੀ ਨਹੀਂ ਹੋ ਸਕਦੀ। ਜਿਹੜਾ ਹੋਣਾ ਹੁੰਦਾ ਨੁਕਸਾਨ ਉਹ ਹੋ ਕੇ ਹੀ ਰਹਿੰਦਾ, ਜਿਹੜਾ ਨਾ ਹੋਣਾ ਹੋਵੇ ਉਹ ਭਾਵੇਂ ਕੋਈ ਸਾਡਾ ਨੁਕਸਾਨ ਕਰਨ ਦਾ ਯਤਨ ਵੀ ਕਰੇ ਉਹ ਤਾਂ ਵੀ ਨਹੀਂ ਹੁੰਦਾ। ਇਹ ਤਾਂ ਪ੍ਰਾਲਬਧ ਦੇ ਮੁਤਾਬਕ ਹੈ। ਪਰ ਉਹਨੇ ਇੱਕ ਨਾ ਸੁਣੀ। ਰਾਏ ਬੁਲਾਰ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਤੁਹਾਡੇ ਪਟਵਾਰੀ ਮਹਿਤਾ ਕਾਲੂ ਦੇ ਪੁੱਤਰ ਨੇ, ਜਿਹੜਾ ਬੜਾ ਦੀਵਾਨਾ ਮਸਤਾਨਾ ਹੈ, ਜਿਸ ਨੂੰ ਸੋਝੀ ਨਹੀਂ ਹੈ ਕਿਸੇ ਚੀਜ਼ ਦੀ, ਮੱਝਾਂ ਗਾਵਾਂ ਮੇਰੇ ਖੇਤ ਵਿੱਚ ਵਾੜ ਕੇ ਸਾਰੀ ਫਸਲ ਖਰਾਬ ਕਰਵਾ ਦਿੱਤੀ ਹੈ ਤੇ ਮੈਨੂੰ ਹਰਜਾਨਾ ਦਵਾਇਆ ਜਾਵੇ। ਉਹਦੀ ਦਾਦ ਫਰਿਆਦ ਸੁਣ ਕੇ ਰਾਏ ਬੁਲਾਰ ਬੜਾ ਗੁੱਸੇ ਦੇ ਵਿੱਚ ਬੋਲਿਆ। ਬੜੇ ਕਠੋਰ ਬਚਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਖੇ, ਮਸਤਾਨਿਆਂ ਬਾਲਕਾ, ਤੂੰ ਆਹ ਕੀ ਕੰਮ ਕਰ ਦਿੱਤਾ? ਹੁਣ ਤੈਨੂੰ ਇਹ ਹਰਜਾਨਾ ਭਰਨਾ ਪਵੇਗਾ। ਉਸ ਵੇਲੇ ਆਪਣਾ ਇੱਕ ਨੌਕਰ ਭੇਜ ਕੇ ਮਹਿਤਾ ਕਾਲੂ ਜੀ ਨੂੰ ਬੁਲਾ ਲਿਆ। ਮਹਿਤਾ ਕਾਲੂ ਜੀ ਨੂੰ ਜਦੋਂ ਇਹ ਗੱਲ ਦੱਸੀ, ਉਹ ਬੜੇ ਦੁਖੀ ਹੋਏ ਕਿ ਮੇਰਾ ਇੱਕੋ ਇੱਕ ਪੁੱਤਰ ਹੈ ਗੁਰੂ ਨਾਨਕ ਦੇਵ, ਪਰ ਇਹਨਾਂ ਨੇ ਕਦੇ ਅੱਜ ਤੱਕ ਮੈਨੂੰ ਕੋਈ ਸੁੱਖ ਨਹੀਂ ਦਿਖਾਇਆ। ਰਾਏ ਬੁਲਾਰ ਦੇ ਕੋਲੇ ਪਹੁੰਚਿਆ। ਰਾਏ ਬੁਲਾਰ ਅੱਗੋਂ ਕਹਿੰਦਾ ਬਈ ਐਂ ਤਾਂ ਨਹੀਂ ਕੰਮ ਚੱਲਣਾ, ਤੂੰ ਪਟਵਾਰੀ ਹੈ, ਤੇਰੀ ਤਾਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਬਾਕੀ ਲੋਕਾਂ ਦੇ ਨਾਲੋਂ। ਤੂੰ ਆਪਣੇ ਦੀਵਾਨੇ ਮਸਤਾਨੇ ਪੁੱਤਰ ਨੂੰ ਮੱਝਾਂ ਗਾਵਾਂ ਦੇ ਕੇ ਭੇਜ ਦਿੱਤਾ, ਕਿਸਾਨ ਦਾ ਸਾਰਾ ਖੇਤ ਚਰ ਗਈਆਂ। ਤੇ ਹੁਣ ਟਾਲ ਮਟੋਲ ਕੀਤਿਆਂ ਗੱਲ ਨਹੀਂ ਬਣਨੀ। ਇਹਦਾ ਜੋ ਜਿੰਨਾ ਹਰਜਾਨਾ ਬਣਦਾ ਰੁਪਈਆ ਪੈਸਾ ਉਹਨਾਂ ਇਹਨੂੰ ਦੇਣਾ ਪੈਣਾ। ਜਦੋਂ ਆਹ ਗੱਲ ਆਖੀ, ਸਤਿਗੁਰੂ ਨਾਨਕ ਜੀ ਬੋਲ ਪਏ, ਕਹਿਣ ਲੱਗੇ ਰਾਜਾ ਸਾਹਿਬ, ਰਾਏ ਬੁਲਾਰ ਸਾਹਿਬ, ਇਹ ਕਿਸਾਨ ਐਵੇਂ ਝੂਠ ਬੋਲਦਾ, ਇਹਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ। ਤੁਸੀਂ ਜਾ ਕੇ ਦੇਖ ਸਕਦੇ ਹੋ। ਜੇਕਰ ਇਹਦੀ ਫਸਲ ਦਾ ਕੋਈ ਨੁਕਸਾਨ ਹੋਇਆ
ਤਾਂ ਅਸੀਂ ਹਰਜਾਨਾ ਭਰਨ ਨੂੰ ਤਿਆਰ ਹਾਂ, ਪਰ ਇਹ ਐਵੇਂ ਤੁਹਾਡੇ ਕੋਲ ਆ ਕੇ ਕਹਿੰਦਾ ਹੈ। ਜਦੋਂ ਇਹ ਦੋਵੇਂ ਧਿਰਾਂ ਦੀਆਂ ਗੱਲਾਂ ਸੁਣੀਆਂ, ਉਹ ਕਹਿੰਦਾ ਜੀ ਮੇਰਾ ਨੁਕਸਾਨ ਹੀ ਬਹੁਤ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਡੱਕਾ ਵਿਗੜਿਆ ਹੀ ਨਹੀਂ। ਬੜਾ ਸ਼ਸ਼ੋ ਪੰਜੇ 'ਚ ਪੈ ਕੇ ਇਹਨੇ ਆਪਣਾ ਇੱਕ ਨੌਕਰ ਭੇਜ ਦਿੱਤਾ ਵੀ ਜਾ ਖੇਤ ਜਾ ਕੇ ਇਹ ਕਿਸਾਨ ਦੇ ਫਸਲ ਦੇਖ ਕੇ ਆ ਵੀ ਹਾਲਤ ਕੀ ਆ। ਉਹ ਜਦੋਂ ਗਿਆ, ਚਾਰੇ ਪਾਸੇ ਖੇਤ ਦੇ ਘੁੰਮਦਾ, ਦੇਖਦਾ ਵਾੜ ਵੀ ਉਵੇਂ ਲੱਗੀ ਹੈ ਅਤੇ ਫਸਲ ਵੀ ਬੜੀ ਹਰੀ ਭਰੀ ਖੜੀ ਹੈ, ਲਹਿ ਲਹਾਉਂਦੀ ਖੜੀ ਹੈ, ਕੋਈ ਉਜਾੜਾ ਨਹੀਂ, ਕੋਈ ਪਸ਼ੂਆਂ ਦੀ ਪੈੜ ਤੱਕ ਉਹਨੂੰ ਉੱਥੇ ਨਜ਼ਰ ਨਾ ਆਈ। ਵਾਪਸ ਆ ਕੇ ਦੱਸਿਆ, ਕਹਿਣ ਲੱਗਾ ਜੀ ਇਹ ਕਿਸਾਨ ਐਵੇਂ ਝੂਠ ਬੋਲਦਾ, ਸਜ਼ਾ ਤਾਂ ਇਹਨੂੰ ਮਿਲਣੀ ਚਾਹੀਦੀ ਆ, ਇਹਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ। ਉਹ ਬੜਾ ਹੈਰਾਨ ਹੋਇਆ ਵੀ ਹੁਣੇ ਤਾਂ ਮੈਂ ਫਸਲ ਦਾ ਉਜਾੜਾ ਦੇਖ ਕੇ ਆਇਆ। ਇਹਨੇ ਨਿਰਣਾ ਕੀਤਾ ਕਿ ਮੈਂ ਖੁਦ ਜਾ ਕੇ ਦੁਬਾਰਾ ਦੇਖਦਾ। ਜਦੋਂ ਖੇਤ ਗਿਆ, ਦੇਖਦਾ ਫਸਲ ਪਹਿਲਾਂ ਨਾਲੋਂ ਵੀ ਜ਼ਿਆਦਾ ਹਰੀ ਭਰੀ, ਕਿਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਦ੍ਰਿਸ਼ਟੀ ਪਈ ਆ ਨਾ। ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਸਦਾ ਹੈ, ਅਤੇ ਜਿੱਧਰ ਨੂੰ ਦੇਖ ਲੈਣ ਕਿਰਪਾ ਭਰੀ ਨਜ਼ਰ ਦੇ ਨਾਲ, ਅਤੇ ਸਾਧ ਸੰਗਤ ਜੀ ਨਜ਼ਰ ਸਵੱਲੀ ਕਰ ਦੇਣ, ਫਿਰ ਕੀ ਘਾਟਾ ਹੈ ਉੱਥੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਪਈ ਸੀ। ਮਿਹਰ ਭਰੀ ਨਜ਼ਰ ਕਰਦੇ ਹੋਏ ਇਹ ਬਚਨ ਕਹਿੰਦੇ ਹੀ ਆ ਰਹੇ ਸਨ ਕਿਸਾਨ ਨੂੰ, ਪਰ ਉਹ ਨਾ ਸਮਝਿਆ ਕਿ ਭਾਈ ਜੋ ਤੇਰੀ ਪ੍ਰਾਲਬਧ ਵਿੱਚ ਹੈ ਤੈਨੂੰ ਜ਼ਰੂਰ ਮਿਲੇਗਾ। ਬੜਾ ਹੈਰਾਨ ਹੋਇਆ ਕਿ ਮੈਂ ਤਾਂ ਇੱਥੋਂ ਰਾਏ ਬੁਲਾਰ ਤੱਕ ਹੀ ਗਿਆ, ਇੰਨੇ ਸਮੇਂ ਵਿੱਚ ਫਸਲ ਕਿਵੇਂ ਠੀਕ ਹੋ ਗਈ। ਪਰ ਸ਼ਰਧਾ ਨਾ ਆਈ ਮਨ ਦੇ ਵਿੱਚ, ਸਤਿਗੁਰੂ ਦੇ ਚਰਨਾਂ 'ਤੇ ਆ ਕੇ ਨਾ ਪਿਆ। ਆਪਣੀ ਖੇਤੀ ਦੇ ਪ੍ਰੇਮ ਦੇ ਵਿੱਚ ਗੇੜਾ ਮਾਰ ਕੇ ਵਾਪਸ ਆਪਣੇ ਘਰ ਨੂੰ ਚਲਾ ਗਿਆ। ਇੱਧਰ ਪਿਤਾ ਮਹਿਤਾ ਕਾਲੂ ਜੀ ਦੇ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਨੂੰ ਚਲੇ ਗਏ। ਰੋਜ਼ਾਨਾ ਇਸੇ ਤਰ੍ਹਾਂ ਮੱਝਾਂ ਗਾਵਾਂ ਨੂੰ ਲੈ ਕੇ ਜਾਂਦੇ ਹੈ। ਜਿਹੜਾ ਵੀ ਖੇਤ ਅਨਿਸ਼ਚਿਤ ਹੀ ਸਾਹਮਣੇ ਆ ਜਾਂਦਾ ਉਹਦੇ ਵਿੱਚ ਵਾੜ ਦਿੰਦੇ ਆ, ਚੰਗੀ ਤਰ੍ਹਾਂ ਮੱਝਾਂ ਗਾਵਾਂ ਫਸਲ ਚਰਦੀਆਂ। ਪਰ ਜਦ ਨੂੰ ਉਹ ਖੇਤ ਦਾ ਕੋਈ ਮਾਲਕ ਕਿਸਾਨ ਉੱਥੇ ਪਹੁੰਚਦਾ, ਉਹਨਾਂ ਦੇ ਆਉਂਦਿਆਂ ਨੂੰ ਫਸਲ ਉਵੇਂ ਜਿਵੇਂ ਹੀ ਪਹਿਲਾਂ ਵਾਂਗ ਹਰੀ ਭਰੀ ਖੜੀ ਹੁੰਦੀ ਹੈ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕੋਈ ਪਸ਼ੂ ਇੱਥੇ ਵੜਿਆ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ, ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਬਹੁਤ ਦੁੱਧ ਹੋਇਆ। ਦੁੱਧ ਜ਼ਿਆਦਾ ਹੋਇਆ ਤਾਂ ਕੁਦਰਤੀ ਗੱਲ ਹੈ, ਮੱਖਣ ਵੀ ਜ਼ਿਆਦਾ ਹੋਵੇਗਾ। ਦਾਸੀ ਨੌਕਰਾਣੀ ਰਿੜਕਦੀ ਹੈ, ਮਾਤਾ ਤ੍ਰਿਪਤਾ ਜੀ ਮੱਖਣ ਸਾਂਭ ਕੇ ਰੱਖਦੇ, ਘਿਓ ਬਣਾ ਕੇ, ਔਰ ਰੁਚੀ ਮੁਤਾਬਕ ਜਿੰਨਾ ਸਤਿਗੁਰੂ ਜੀ ਛਕਣਾ ਚਾਹੁਣ ਉਹਨਾਂ ਨੂੰ ਛਕਣ ਨੂੰ ਦਿੰਦੇ। ਗਊਆਂ ਮੱਝਾਂ ਦੇ ਵੱਛੇ ਕੱਟੇ ਜਿਹੜੇ ਸੀ ਉਹ ਵੀ ਬੜੇ ਰਿਸ਼ਟ ਪੁਸ਼ਟ ਹੋ ਗਏ। ਇੱਥੋਂ ਤੱਕ ਆਪਾਂ ਇਹ ਕੱਲ ਇਤਿਹਾਸ ਸੁਣਿਆ। ਅੱਗੇ ਜਿਵੇਂ ਅਗਲੇ ਅਧਿਆਏ ਦੀ ਆਰੰਭਤਾ ਹੋ ਰਹੀ ਹੈ, ਆਓ ਬੜੇ ਪਿਆਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਅਰ ਬੰਦ ਉਪੈ ਕਰ ਬੰਦ ਗੁਰ। ਭਾਈ ਸੰਤੋਖ ਸਿੰਘ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਦਾ ਮੰਗਲ ਚਰਨ ਉਚਾਰਨ ਕਰਦੇ ਹੋਏ ਇਸ ਅਧਿਆਇ ਦੀ ਪ੍ਰਾਰੰਭਤਾ ਕਰਦੇ ਹਨ। ਕਰ ਬੰਦ ਉਵੈ ਕਰ ਬੰਦ ਗੁਰੂ। ਮੈਂ ਆਪਣੇ ਕਰ ਨਾਮ ਹੱਥਾਂ ਨੂੰ ਬੰਦ ਕਰਕੇ, ਹੱਥਾਂ ਨੂੰ ਬੰਨ੍ਹ ਕੇ, ਹੱਥਾਂ ਨੂੰ ਜੋੜ ਕੇ, ਉਭੈ ਨਾਮ ਦੋ ਦਾ ਦੋਵੇਂ ਹੱਥਾਂ ਨੂੰ ਜੋੜ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਨਮਸਕਾਰ ਕਰਦਾ ਹਾਂ। ਜਿਹੜੇ ਸਤਿਗੁਰੂ ਜੀ ਹਮੇਸ਼ਾ ਹੀ ਸੁੱਖ ਕੰਦ, ਸੁੱਖਾਂ ਨੂੰ ਬਖਸ਼ਣ ਵਾਲੇ, ਸੁੱਖਾਂ ਦੇ ਖਜ਼ਾਨੇ, ਸੁੱਖਾਂ ਦੇ ਦਾਤੇ, ਸੁੱਖਾਂ ਦਾ ਮੂਲ ਹਨ। ਔਰ ਦੁੱਖ ਦੰਦ ਨਿਕੰਦੂ। ਜਿਹੜੇ ਦੁੱਖ ਹੈ, ਦੁੰਦ ਦੁੱਖ ਉਹ ਹੁੰਦਾ ਹੈ, ਇੱਕ ਤਾਂ ਆਮ ਦੁੱਖ ਹੁੰਦੇ ਹੈ, ਇੱਕ ਸਾਧ ਸੰਗਤ ਜੀ ਘਰ ਦੇ ਵਿੱਚ ਕੋਈ ਝਗੜਾ ਕਲੇਸ਼ ਜਾਂ ਪਿਆ ਰਹਿਣਾ, ਉਪਦਰਵ ਹੋ ਜਾਣਾ, ਉਹਨੂੰ ਦੁੰਦ ਕਿਹਾ ਜਾਂਦਾ, ਵੱਡਾ ਦੁੱਖ ਹੋਵੇ ਜਿਹੜਾ। ਸੋ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਵੰਦਨਾ ਕਰਦੇ ਹੋਏ ਕਵੀ ਜੀ ਕਹਿੰਦੇ ਆ ਕਿ ਸਤਿਗੁਰੂ ਜੀ ਸੁੱਖਾਂ ਦਾ ਮੂਲ, ਸੁੱਖਾਂ ਦਾ ਫਲ, ਸੁੱਖਾਂ ਦੇ ਦਾਤੇ ਹਨ। ਔਰ ਜੋ ਕੋਈ ਦੁੰਦ, ਝਗੜਾ, ਕਲੇਸ਼, ਦਵੈਤ ਦਾ ਦੁੱਖ ਹੈ, ਸੋ ਡਾਢੇ ਕਲੇਸ਼ ਵਾਲਾ, ਵੱਡੇ ਕਲੇਸ਼ ਵਾਲਾ ਜਿਹੜਾ ਦੁੱਖ ਹੈ, ਉਹਨੂੰ ਦੂਰ ਕਰਨ ਵਾਲੇ ਹਨ। ਔਰ ਸਤਿਗੁਰੂ ਜੀ ਦੇ ਜਿਹੜੇ ਚਰਨ ਕਮਲ ਹਨ, ਕਮਲਾਂ ਦੀ ਨਿਆਈ ਹਨ। ਮੇਰਾ ਮਨ ਉਹਨਾਂ ਚਰਨਾਂ ਦਾ ਭੌਰਾ ਹੋਵੇ। ਸਤਿਗੁਰੂ ਜੀ ਦੇ ਉਹ ਚਰਨ ਜਿਹੜੇ ਮੋਹ ਦੇ ਮੂਲ ਨੂੰ ਵਿਨਾਸ਼ ਕਰਨ ਵਾਲੇ ਹਨ। ਮੋਹ ਦਾ ਮੂਲ ਕੀ ਹੈ? ਮੋਹ ਕਿੱਥੋਂ ਪੈਦਾ ਹੁੰਦਾ? ਅਗਿਆਨ ਦੇ ਵਿੱਚੋਂ।
ਅਗਿਆਨ ਮੋਹ ਦਾ ਮੂਲ ਹੈ। ਸੋ ਮੋਹ ਦਾ ਮੂਲ ਜਿਹੜਾ ਅਗਿਆਨ ਹੈ ਔਰ ਵੱਡਾ ਦੁੱਖ ਹੈ, ਵੱਡਾ ਕਲੇਸ਼ ਹੈ, ਬੜਾ ਤਕੜਾ ਹੈ, ਬੜਾ ਬੁਲੰਦ ਕਹੀਏ ਉੱਚਾ ਭਾਰੂ ਹੋਣ ਵਾਲਾ। ਸੋ ਕਹਿੰਦੇ ਐਸਾ ਜਿਹੜਾ ਮੋਹ ਦਾ ਮੂਲ ਅਗਿਆਨਤਾ ਹੈ ਉਹਨੂੰ ਸਤਿਗੁਰੂ ਜੀ ਵਿਨਾਸ਼ ਕਰਨ ਵਾਲੇ, ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲੇ ਹਨ। ਜਿਵੇਂ ਤਾਰਿਆਂ ਦਾ ਸਮੂਹ ਹੁੰਦਾ ਤੇ ਸਾਧ ਸੰਗਤ ਜੀ, ਇਸੇ ਤਰ੍ਹਾਂ ਜਿਹੜੇ ਦੰਭੀ ਪਖੰਡੀ ਹੈ, ਦੰਭੀਆਂ ਪਖੰਡੀਆਂ ਰੂਪੀ ਜਿਹੜੇ ਤਾਰੇ ਆ ਉਹਨਾਂ ਦੇ ਸਮੂਹ ਦੇ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਿਵਾਕਰ ਸੋ ਸੂਰਜ ਦੇ ਵਾਂਗ ਹਨ। ਜਿਵੇਂ ਸੂਰਜ ਚੜ੍ਹੇ ਤਾਰੇ ਅਲੋਪ ਹੋ ਜਾਂਦੇ ਆ, ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਨਾਮ ਆਵੇ ਉੱਥੇ ਦੰਭੀ ਪਖੰਡੀਆਂ ਦਾ ਪਖੰਡ ਸਭ ਭੱਜ ਜਾਂਦਾ ਹੈ, ਚੌਪਟ ਹੋ ਜਾਂਦਾ, ਉਹਨਾਂ ਦਾ ਭਾਂਡਾ ਫੁੱਟ ਜਾਂਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਤਾਰਿਆਂ ਵਿੱਚ ਸੂਰਜ ਆ ਜਾਵੇ ਉਹਨਾਂ ਦੀ ਰੌਸ਼ਨੀ ਮੱਧਮ ਪੈ ਜਾਂਦੀ ਆ, ਸੂਰਜ ਦਾ ਹੀ ਚਾਨਣਾ ਚਾਰੇ ਪਾਸੇ ਵਿਖਰਦਾ ਹੈ। ਇਸ ਪ੍ਰਕਾਰ ਦੰਭੀਆਂ ਪਖੰਡੀਆਂ ਦੇ ਉੱਤੇ ਸਤਿਗੁਰੂ ਜੀ ਸੂਰਜ ਦੀ ਨਿਆਈ ਰੌਸ਼ਨੀ ਦੇਣ ਵਾਲੇ ਹਨ। ਵਿਸ਼ੇ ਵਿਕਾਰਾਂ ਦਾ ਜਿਹੜਾ ਤਪਸ਼ ਹੈ, ਗਰਮੀ ਹੈ, ਸੋ ਵਿਸ਼ਿਆਂ ਦੇ ਤਾਪ ਨੂੰ, ਵਿਸ਼ਿਆਂ ਦੀ ਗਰਮੀ ਨੂੰ, ਜਿਵੇਂ ਬਹੁਤ ਦਿਨ ਨੂੰ ਸਾਧ ਸੰਗਤ ਜੀ ਗਰਮੀ ਹੋਵੇ ਤੇ ਰਾਤ ਸਮੇਂ ਚੰਦਰਮਾ ਆਪਣੀ ਠੰਡੀ ਚਾਨਣੀ ਬਖੇਰਦਾ ਨਾ, ਇਸੇ ਪ੍ਰਕਾਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਐਸੇ ਹਨ ਕਿ ਵਿਸ਼ਿਆਂ ਦੇ ਤਾਪ ਨੂੰ, ਵਿਸ਼ਿਆਂ ਦੀ ਗਰਮੀ ਨੂੰ, ਵਿਸ਼ਿਆਂ ਦੀ ਤਪਸ਼ ਨੂੰ ਸੂਰਜਵਤ ਹੋ ਕੇ ਸ਼ੀਤਲਤਾ ਬਖਸ਼ਣ ਵਾਲੇ ਹਨ। ਔਰ ਸਾਰੇ ਪ੍ਰਕਾਰ ਦੇ ਜਿਹੜੇ ਵਿਘਨ ਹਨ ਉਹਨਾਂ ਨੂੰ ਨਾਸ਼ ਕਰਨ ਵਾਲੇ ਹਨ। ਔਰ ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਰ ਦਾਤੇ, ਵਰ ਦੇਣ ਵਾਲੇ ਔਰ ਆਨੰਦ ਦੀ ਬਖਸ਼ਿਸ਼ ਕਰਨ ਵਾਲੇ ਹਨ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਭਾਈ ਸੰਤੋਖ ਸਿੰਘ ਜੀ ਓਟ ਚਾਹੁੰਦੇ ਹਨ, ਆਸਰਾ ਚਾਹੁੰਦੇ ਹਨ। ਭਾਈ ਬਾਲਾ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਬਚਪਨ ਤੋਂ ਲੈ ਕੇ ਸਾਥੀ ਰਹੇ, ਸ਼ੋਭਾ ਵਾਲੇ ਗੁਰੂ ਕੇ ਸਿੱਖ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ, ਗੁਰਦੁਆਰਾ ਤਪਿਆਣਾ ਸਾਹਿਬ ਵਾਲੀ ਜਗ੍ਹਾ ਉੱਤੇ ਹੋਰ ਬੇਅੰਤ ਗੁਰੂ ਕੇ ਸਿੱਖਾਂ ਨੂੰ, ਸੰਗਤਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਇਤਿਹਾਸ ਸੁਣਾ ਰਹੇ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੋਹਣੀਆਂ ਖੇਡਾਂ, ਸੋਹਣੇ ਕਰਤੱਵ, ਸੋਹਣੇ ਕੌਤਕ ਇਉਂ ਸ਼ੋਭਦੇ ਹਨ। ਔਰ ਸਤਿਗੁਰੂ ਜੀ ਨਿੱਤਾ ਪ੍ਰਤੀ ਇਹ ਬਾਲ ਲੀਲਾਵਾਂ ਵੀ ਵਰਤਾ ਰਹੇ ਹਨ, ਬਾਲ ਕੌਤਕ ਵੀ ਕਰਦੇ ਹਨ ਤੇ ਨਾਲ ਨਾਲ ਜਗ ਕੰਤ, ਜਗ ਦਾ ਮਾਲਕ, ਜਗ ਦਾ ਪਤੀ, ਜਗਤ ਦੇ ਸੁਆਮੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਰਤ ਬਿਰਧਤ, ਉਹਨਾਂ ਦਾ ਸਰੀਰ ਵੱਧਦਾ ਜਾਂਦਾ, ਵੱਡੇ ਹੁੰਦੇ ਜਾ ਰਹੇ ਹਨ। ਸੋ ਇਸ ਪ੍ਰਕਾਰ ਬਹੁਤ ਸੁੰਦਰ ਸੁੰਦਰ ਫੁੱਲਾਂ ਦੇ ਨਾਲ, ਬਹੁਤ ਸੁੰਦਰ ਫੁੱਲਾਂ ਦੇ ਖਿੜਨ ਕਰਕੇ ਜਿਹੜੀ ਬਸੰਤ ਰੁੱਤ ਹੈ ਉਹ ਬੜੀ ਸ਼ੋਭਾ ਪਾ ਰਹੀ ਹੈ। ਬਸੰਤ ਰੁੱਤ ਦਾ ਸਮਾਂ ਹੈ। ਔਰ ਬਹੁਤ ਜਿਹੜੇ ਸੁੰਦਰ ਦਰਖਤ ਹਨ ਉਹਨਾਂ ਦੇ ਉੱਤੇ ਬੜੇ ਕੋਮਲ ਪੱਤੀਆਂ ਦੇ ਸਮੇਤ ਸਾਧ ਸੰਗਤ ਜੀ ਬਹਾਰ ਆਈ ਹੋਈ ਹੈ ਬਸੰਤ ਦੀ ਰੁੱਤ ਵਿੱਚ। ਔਰ ਰੰਗਾਂ ਰੰਗਾਂ ਦੇ ਇਹ ਸਾਧ ਸੰਗਤ ਜੀ ਜਿਹੜੇ ਇਹਨਾਂ ਉੱਤੇ ਫੁੱਲ ਪੱਤੇ ਲੱਗੇ ਹੋਏ ਹਨ, ਇਹਨਾਂ ਦੀ ਸ਼ੋਭਾ ਸਜ ਰਹੀ ਹੈ। ਇਉਂ ਮੰਨੋ ਬਈ ਬਸੰਤ ਜਿਵੇਂ ਇੱਕ ਰਾਜਾ ਹੋਵੇ ਤੇ ਬਸੰਤ ਰਾਜੇ ਨੇ ਆਪਣੀ ਸੈਨਾ ਨੂੰ ਸ਼ਿੰਗਾਰਿਆ ਹੈ। ਔਰ ਬਿਰਹੋਂ ਦੇ ਵਿੱਚ ਵਿਛੁੰਨੀਆਂ ਹੋਈਆਂ ਜਿਹੜੀਆਂ ਇਸਤਰੀਆਂ ਔਰ ਪੁਰਸ਼ ਹਨ, ਮੰਨ ਲਓ ਉਹਨਾਂ ਨੂੰ ਬਸੰਤ ਰੁੱਤ ਜਿੱਤਣਾ ਚਾਹੁੰਦੀ ਹੈ। ਉਹ ਜਿੰਨੇ ਢੱਕ ਪਲਾ ਆਦਿਕ ਦੇ ਦਰਖਤ ਹਨ
ਸੋ ਸਾਧ ਸੰਗਤ ਜੀ, ਸ਼ਿਸ਼ਰੇ ਆਦਿਕ ਦੇ ਦਰਖਤ ਹਨ, ਉਹਨਾਂ ਦੇ ਪੱਤੇ ਟੁੱਟ ਗਏ ਫੁੱਲੇ ਫੂਲ ਲਾਲ ਪਰ ਭਾਂਤੀ ਔਰ ਉਹਨਾਂ ਦੇ ਉੱਤੇ ਬੜੇ ਸੋਹਣੇ ਫੁੱਲ ਬਨਸਪਤੀ ਦੇ ਵਿੱਚ ਲਾਲ ਰੰਗ ਦੇ ਬਹੁਤ ਭਾਂਤਾਂ ਦੇ ਖਿੜੇ ਹੋਏ ਹਨ ਦਰਖਤਾਂ ਤੇ। ਮਨੋ ਸੁਪਗ ਪੜ ਰੰਗਨ ਰੰਗੇ ਇਉਂ ਮੰਨੋ ਵੀ ਜਿਵੇਂ ਫੌਜ ਦੇ ਸੂਰਮਿਆਂ ਨੇ ਲਾਲ ਰੰਗ ਦੀ ਵਰਦੀ ਪਹਿਨੀ ਹੋਵੇ, ਕੱਪੜੇ ਰੰਗੇ ਹੋਣ ਤੜੇ ਜੁਦ ਕਰ ਆਰਨ ਬਾਗੇ ਔਰ ਇਹ ਲਾਲ ਰੰਗ ਦੇ ਕੱਪੜੇ ਪਹਿਨ ਕਰਕੇ ਯੁੱਧ ਨੂੰ ਚੜ ਰਹੇ ਹੋਣ। ਅੰਬਰ ਮੌਰ ਬਿਕਾਰੰਦ ਜਾਸੂ ਔਰ ਅੰਬ ਜਿਹੜੇ ਆ ਉਹਨਾਂ ਨੂੰ ਬੂਰ ਪਿਆ ਹੋਇਆ ਹੈ, ਮੌਲੇ ਹੋਏ ਹਨ, ਸੋ ਜਿਨ੍ਹਾਂ ਨੂੰ ਦੇਖ ਕੇ ਆਨੰਦ ਪੈਦਾ, ਖੁਸ਼ੀ ਪੈਦਾ ਹੁੰਦੀ ਹੈ। ਕੋਗਲ ਕੋਗਲ ਕਲਰ ਬਟਸੂ ਔਰ ਇਹਨਾਂ ਅੰਬਾਂ ਦੇ ਦਰਖਤਾਂ ਦੇ ਉੱਤੇ ਜਿਹੜੀ ਕੋਇਲ ਹੈ ਉਹ ਕੂ ਕੂ ਕਰਕੇ ਕੂਕਦੀ ਹੈ, ਆਪਣੀ ਸੋਹਣੀ ਆਵਾਜ਼ ਕੱਢਦੀ ਹੈ। ਜਨ ਬਸੰਤ ਕੀ ਦੇਤ ਦੁਹਾਈ ਮਾਨੋ ਕਿ ਬਸੰਤ ਦੀ ਦੁਹਾਈ ਦੇ ਰਹੀ ਹੈ, ਲੋਕਾਂ ਨੂੰ ਦੱਸ ਰਹੀ ਹੈ ਕਿ ਬਸੰਤ ਰੁੱਤ ਸ਼ੁਰੂ ਹੋ ਚੁੱਕੀ ਹੈ। ਮਾਨਨ ਦੇਸ ਦੇ ਮਾਨ ਕਢਾਈ ਔਰ ਜਿਹੜੇ ਸਾਧ ਸੰਗਤ ਜੀ, ਜਿਹੜੀਆਂ ਇਸਤਰੀਆਂ ਆਪਣੇ ਪਤੀਆਂ ਦੇ ਵਿਛੋੜੇ ਦੇ ਵਿੱਚ ਹਨ ਜਾਂ ਆਪਣੇ ਮਾਣ ਹੰਕਾਰ ਦੇ ਵਿੱਚ ਆਪਣੇ ਪਤੀਆਂ ਦੇ ਵਿੱਚ ਦੋਸ਼ ਕੱਢਦੀਆਂ ਹਨ, ਮਾਨੋ ਕਿ ਉਹਨਾਂ ਨੂੰ ਮਾਣ ਦੇ ਦੇਸ਼ ਦੇ ਵਿੱਚੋਂ ਬਸੰਤ ਰੁੱਤ ਕੱਢ ਰਹੀ ਹੈ। ਖੁਸ਼ ਕਰਮ ਕੀ ਮਕਰੰਦ ਨਿਹਾਰੀ ਸੋ ਇਸ ਪ੍ਰਕਾਰ ਜਿਹੜੇ ਫੁੱਲ ਬੜੇ ਖਿੜੇ ਹੋਏ ਹਨ, ਉਹਨਾਂ ਦੇ ਵਿੱਚ ਬੜਾ ਰਸ ਦੇਖਿਆ ਜਾਂਦਾ ਹੈ। ਤੇ ਪਰਮਤ ਕਰ ਕਰਤ ਉਜਾਰੀ ਔਰ ਉਹਨਾਂ ਫੁੱਲਾਂ ਦੇ ਰਸ ਦੇ ਉੱਤੇ, ਉਹਨਾਂ ਦੇ ਫੁੱਲਾਂ ਦੇ ਧੂੜੇ ਦੇ ਉੱਤੇ ਬਹੁਤ ਸਾਰੇ ਜਿਹੜੇ ਭੌਰੇ ਆ ਉਹ ਗੁੰਜਾਰਾਂ ਪਾਉਂਦੇ ਹਨ। ਜਨ ਬਸੰਤ ਨਿਰਭਾਗੇ ਬੀਨਾ ਮੰਨ ਲਓ ਕਿ ਜਿਵੇਂ ਬਸੰਤ ਰਾਜਾ ਤੇ ਉਹਦੇ ਅੱਗੇ ਬੀਨਾ ਵਜਾਈ ਜਾ ਰਹੀ ਹੋਵੇ, ਸਾਜ਼ ਵਜਾਏ ਜਾ ਰਹੇ ਹੋਣ ਗਾਏ ਬਜਾਵੇਂ ਪੁਰੀ ਪਬੀਨਾ ਔਰ ਜਿਹੜੇ ਗਾਉਣ ਵਾਲੇ ਆ ਸਿਆਣੇ ਸਿਆਣੇ ਉਹ ਗਾਉਂਦੇ ਆ ਤੇ ਸਾਜ਼ ਵਜਾਉਂਦੇ ਹਨ। ਲਲਤ ਬਿਹੰਗ ਬੋਲਹੀ ਬਾਣੀ ਔਰ ਜਿੰਨੇ ਬੜੇ ਸੁੰਦਰ ਸੁੰਦਰ ਵਿਹੰਗ ਪੰਛੀ ਹਨ ਉਹ ਵੀ ਆਪਣੀ ਸੋਹਣੀ ਬਾਣੀ, ਸੋਹਣੀ ਬੋਲੀ ਬੋਲਦੇ ਹਨ, ਸੋਹਣੀਆਂ ਆਵਾਜ਼ਾਂ ਕੱਢਦੇ ਹਨ। ਜਨ ਬੰਦੀ ਜਨ ਕੀਰਤ ਗਾਣੀ ਜਿਵੇਂ ਕਿਸੇ ਰਾਜੇ ਦੇ ਅੱਗੇ ਬੰਦੀ ਜਨ ਉਹਦੀ ਕੀਰਤੀ ਗਾਉਂਦੇ ਆ, ਮਹਿਮਾ ਗਾਉਂਦੇ ਆ, ਬੰਸਾਵਲੀ ਨਾਮਾ ਉਹਦਾ ਗਾਉਂਦੇ ਆ। ਇੱਕ ਤਾਂ ਹੁੰਦੇ ਆ ਭੱਟ, ਜਿਹੜੇ ਕੱਲੀ ਕੀਰਤੀ ਕਰਦੇ ਆ, ਰਾਜੇ ਦੇ ਸਾਹਮਣੇ ਬੈਠ ਕੇ, ਵੱਡੇ ਲੋਕਾਂ ਦੇ ਸਾਹਮਣੇ ਬੈਠ ਕੇ ਉਹਨਾਂ ਦੀ ਮਹਿਮਾ ਗਾਉਂਦੇ ਆ, ਮਹਿਮਾ ਦਾ ਗਾਇਨ ਕਰਦੇ ਆ। ਤੇ ਬੰਦੀ ਜਨ ਜਿਹੜੇ ਹੁੰਦੇ ਆ ਉਹ ਹੁੰਦੇ ਆ ਜਿਹੜਾ ਪੂਰਾ ਬੰਸਾਵਲੀ ਨਾਮਾ, ਕੁਰਸੀ ਨਾਮਾ, ਵੱਡੇ ਵਡੇਰਿਆਂ, ਨਕੜ ਦਾਦਿਆਂ ਤੋਂ ਲੈ ਕੇ ਸਾਰਿਆਂ ਦੇ ਨਾਂ ਲੈ ਲੈ ਕੇ ਉਹਨਾਂ ਦੀ ਸ਼ੋਭਾ ਕਰਦੇ ਆ ਮੌਜੂਦਾ ਸਮੇਂ ਦੇ ਰਾਜੇ ਤੱਕ। ਕਹਿੰਦੇ ਇਉਂ ਲੱਗਦਾ ਹੈ ਵੀ ਬਸੰਤ ਰੁੱਤ ਵਿੱਚ ਸਾਰੇ ਜਿੰਨੇ ਪੰਛੀ ਬੋਲ ਰਹੇ ਆ ਸੋਹਣੀਆਂ ਆਵਾਜ਼ਾਂ ਕੱਢ ਕੇ, ਉਹ ਬਸੰਤ ਰੁੱਤ ਰੂਪੀ ਰਾਜੇ ਦੇ ਬੰਦੀ ਜਨ ਹੈ ਤੇ ਉਹਦੀ ਕੀਰਤੀ ਗਾ ਰਹੇ ਹਨ। ਸੀਤਲ ਮੰਦ ਸੁਗੰਧ ਸੁਨੀਲਾ ਬੜੀ ਠੰਡੀ ਪੌਣ ਤੇ ਹੌਲੀ ਹੌਲੀ ਰੁਮਕ ਰਹੀ ਹੈ, ਹੌਲੀ ਹੌਲੀ ਗਤੀ ਦੇ ਵਿੱਚ ਚੱਲ ਰਹੀ ਹੈ ਸੁਗੰਧੀਆਂ ਦੇ ਸਹਿਤ। ਮਾਨਨ ਬਿਰਹਨ ਕਰਤ ਅਧੀਰਾ ਬਹੁਤ ਮਾਣ ਵਾਲੀਆਂ ਤੇ ਬਿਰਹੋਂ ਵਿਛੋੜੇ ਵਿੱਚ ਪਰੁੰਨੀਆਂ ਹੋਈਆਂ ਇਸਤਰੀਆਂ ਦਾ ਕਰਤ ਅਧੀਰਾ ਉਹਨਾਂ ਨੂੰ ਹੌਸਲੇ ਤੋਂ ਰਹਿਤ ਕਰ ਰਹੀਆਂ ਹਨ। ਸ਼ੇਤ ਸਿਆਮ ਸ਼ਰੋਣਤ ਪੁਨ ਕੀਤਾ ਔਰ ਇਸੇ ਤਰ੍ਹਾਂ ਸ਼ੇਤ ਚਿੱਟੇ ਰੰਗ ਦੇ, ਸ਼ਿਆਮ ਕਾਲੇ ਰੰਗ ਦੇ, ਸ਼ਰੋਣਤ ਲਾਲ ਰੰਗ ਦੇ, ਪੁਨ ਪੀਤਾ ਤੇ ਫਿਰ ਪੀਲੇ ਰੰਗ ਦੇ ਫੁੱਲ। ਦਿਵਸੇ ਕੁਸਮਨ ਵੀਨੀ ਰੀਤਾ ਬੜੀ ਨਵੀਂ ਜੀ ਰੀਤੀ ਦੇ ਨਾਲ ਸਾਧ ਸੰਗਤ ਜੀ ਇਹ ਚਿੱਟੇ ਕਾਲੇ ਲਾਲ ਪੀਲੇ ਰੰਗ ਦੇ ਜਿਹੜੇ ਫੁੱਲ ਹੈ ਉਹ ਸਾਧ ਸੰਗਤ ਜੀ ਨਵੇਂ ਨਵੇਂ ਫੁੱਲ ਖਿੜੇ ਹੋਏ ਹਨ। ਸ਼ਾਖਾ ਪਰ ਮੰਜਰੀ ਸੋਈ ਔਰ ਦਰਖਤਾਂ ਦੀਆਂ ਜਿਹੜੀਆਂ ਸ਼ਾਖਾਂ ਉਹਨਾਂ ਦੇ ਉੱਤੇ ਮੁੰਜਰਾਂ ਸ਼ੋਭਾ ਪਾ ਰਹੀਆਂ ਹਨ, ਭਾਵ ਕਰੂੰਬਲਾਂ ਨਵੀਆਂ ਨਿਕਲੀਆਂ ਹੋਈਆਂ ਬੜੀਆਂ ਸੋਹਣੀਆਂ ਫੱਬਦੀਆਂ ਹਨ। ਮਨ ਧਰੀ ਕਲਗੀ ਮਨ ਮੋਹੀ ਇਉਂ ਮੰਨੋ ਵੀ ਉਹਨਾਂ ਦਰਖਤਾਂ ਨੇ ਜਿਵੇਂ ਮਨਮੋਹਕ ਕਲਗੀ, ਮਨ ਨੂੰ ਮੋਹ ਲੈਣ ਵਾਲੀ ਜਿਹੜੀਆਂ ਕਰੂੰਬਲਾਂ ਇਉਂ ਲੱਗਦੀਆਂ ਉਹਨਾਂ ਨੇ ਸਿਰਾਂ ਉੱਤੇ ਕਲਗੀਆਂ ਸਜਾਈਆਂ ਹੋਣ। ਅਸਬਿਦ ਜਾਏ ਜਹ ਬਨ ਬੜ ਸਭ ਧਾਰੀ ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਉਸ ਬਨ ਦੇ ਵਿੱਚ, ਉਸ ਜੰਗਲ ਦੇ ਵਿੱਚ ਨਿੱਤਾ ਪ੍ਰਤੀ ਜਾਂਦੇ ਆ, ਜਿਸ ਨੇ ਸ਼ਬਦ ਧਾਰੀ ਹੋਈ ਹੈ, ਬੜੀ ਸ਼ੋਭਾ ਪਾ ਰਿਹਾ ਹੈ। ਨਾਨਕ ਸੁਖਕਾਰੀ ਉੱਥੇ ਨਿੱਤਾ ਪ੍ਰਤੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੁੱਖਾਂ ਦੇ ਬਖਸ਼ਣ ਵਾਲੇ ਵਿਚਰਦੇ ਹਨ। ਵੈਸਾਖ ਵਿਗੇ ਗੁਰੈਨਾ ਮਾਸ ਵਿਸਾਖ ਵਿਖੇ ਗੁਣ ਐਨਾ। ਵਿਸਾਖ ਦਾ ਮਹੀਨਾ ਹੈ, ਇਸ
ਵਿਸਾਖ ਦੇ ਮਹੀਨੇ ਵਿੱਚ ਗੁਣਾਂ ਦੇ ਘਰ ਸਤਿਗੁਰੂ ਨਾਨਕ ਦੇਵ ਜੀ ਚਾਰੇ ਤਾਂ ਮੈਂ ਗੁਣ ਧਿਨਾ ਉੱਥੇ ਮੱਝਾਂ ਚਾਰਦੇ ਹਨ ਅਤੇ ਗਾਵਾਂ ਨੂੰ ਚਾਰਦੇ ਹਨ। ਮਰਦ ਹੱਥ ਦੇ ਤ੍ਰਿਣ ਨਵੀਨਾ ਔਰ ਬੜਾ ਜਿਹੜਾ ਸੁੰਦਰ ਕੂਲਾ ਸਾਵਾ ਘਾਹ ਹੈ, ਸੋ ਉਹ ਨਵਾਂ ਨਵਾਂ ਘਾਹ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਚਾਰਦੇ ਹਨ। ਦੇਖ ਚਰਾਵੇਂ ਦਾਨੀ ਦੀਨਾ ਬੜਾ ਸੋਹਣਾ ਘਾਹ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਦਾਨੀ ਦੀਨਾਂ ਨੂੰ ਗਰੀਬਾਂ ਨੂੰ ਦਾਨ ਕਰਨ ਵਾਲੇ ਐ, ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਮੱਝਾਂ ਗਾਵਾਂ ਨੂੰ ਚਾਰਦੇ ਹਨ। ਜਬ ਬਾਸਰ ਜੁਗ ਜਮ ਬਤੇ ਹੋਆ ਜਦੋਂ ਸਾਧ ਸੰਗਤ ਜੀ ਪੂਰਾ ਦਿਨ ਬਤੀਤ ਹੋ ਜਾਂਦਾ ਹੈ ਮਾਰ ਖੰਡ ਕੀ ਚੰਡ ਦੇਵਤਾ ਤੇ ਸਾਧ ਸੰਗਤ ਇੱਕ ਦਿਨ ਇਸੇ ਤਰ੍ਹਾਂ ਜਦੋਂ ਸਾਧ ਸੰਗਤ ਦੋ ਪਹਿਰ ਦਿਨ ਦੇ ਬਤੀਤ ਹੋ ਗਏ, ਦੁਪਹਿਰ ਦਾ ਸਮਾਂ ਆਇਆ ਤੇ ਉਸ ਵੇਲੇ ਮਾਰਤੰਡ ਕੀ ਚੰਡ ਦੇਵਤਾ, ਮਾਰਤੰਡ ਨਾਮ ਸੂਰਜ ਦਾ, ਸੂਰਜ ਦੀਆਂ ਕਿਰਨਾਂ ਜਿਹੜੀਆਂ ਬੜੀਆਂ ਚਮਕ ਪਈਆਂ, ਬੜੀ ਧੁੱਪ ਚਮਕ ਪਈ, ਤਪਸ਼ ਹੋ ਗਈ। ਸ਼ਾਮਤ ਕੁਛ ਹੋਏ ਕਰ ਅਲਸਾਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਕੁਝ ਕੁ ਥਕਾਵਟ ਮਹਿਸੂਸ ਕੀਤੀ ਤੇ ਕੁਝ ਦੇਰ ਆਰਾਮ ਕਰਨ ਵਾਸਤੇ ਆਲਸ ਜਾ ਧਾਰਿਆ। ਚਾਰਤ ਧੇਨ ਟਕੇ ਇਕ ਥਾਏ ਔਰ ਗਊਆਂ ਨੂੰ ਮੱਝਾਂ ਨੂੰ ਇੱਕ ਥਾਂ ਦੇ ਉੱਤੇ ਚਾਰਦੇ ਹਨ। ਇਕ ਕਰ ਬਰ ਤਰਵਰ ਕੀ ਛਾਇਆ ਸਤਿਗੁਰੂ ਨੇ ਦੇਖਿਆ ਕਿ ਇੱਕ ਥਾਂ ਖੜੀਆਂ ਇਹ ਸਾਰੀਆਂ ਚੱਲ ਰਹੀਆਂ ਹਨ ਤੇ ਆਪ ਦੇਖਿਆ ਕਿ ਇੱਕ ਦਰਖਤ ਦੀ ਬੜੀ ਸੋਹਣੀ ਛਾਂ ਹੈ, ਉਹਦੇ ਹੇਠਾਂ ਚਲੇ ਗਏ। ਮਾਲ ਦਾ ਦਰਖਤ ਸੀ ਸਾਧ ਸੰਗਤ, ਜਿਸ ਹੇਠਾਂ ਸਤਿਗੁਰੂ ਬਿਰਾਜੇ। ਸੈਨ ਕਰਨ ਹਿਤ ਜਿਤ ਬਰਮਾਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਚਿੱਤ ਕੀਤਾ ਕਿ ਕੁਝ ਦੇਰ ਤੱਕ ਇੱਥੇ ਮੈਂ ਸੌਂ ਜਾਵਾਂ, ਆਰਾਮ ਕਰਾਂ, ਅੰਦ ਸੁਗੰਧ ਸੀਤ ਬੈ ਪਾਉਣਾ ਕਿਉਂਕਿ ਹੌਲੀ ਹੌਲੀ ਬੜੀ ਠੰਡੀ ਹਵਾ ਉਹ ਦਰਖਤ ਦੇ ਹੇਠਾਂ ਵਗਦੀ ਹੋਈ ਲੱਗ ਰਹੀ ਸੀ। ਮਰਿੰਦਰ ਸੁਦਾਗਲੇ ਕੀਨ ਵਿਛਾਨਾ ਸਤਿਗੁਰੂ ਜੀ ਨੇ ਉੱਥੇ ਦਰਖਤਾਂ ਦੇ ਕੂਲੇ ਕੂਲੇ ਪੱਤੇ ਤੋੜੇ ਤੇ ਉਹਨਾਂ ਦਾ ਵਿਛਾਉਣਾ ਕਰ ਲਿਆ, ਉਹਨਾਂ ਨੂੰ ਬਿਸਤਰੇ ਦੀ ਤਰ੍ਹਾਂ ਵਿਛਾ ਲਿਆ। ਤਾਂ ਪਰ ਬਸਤਰ ਵਿਛਾਇਓ ਸਵੇਤਾ ਜਿਹੜਾ ਚਿੱਟੇ ਰੰਗ ਦਾ ਵਸਤਰ ਸਤਿਗੁਰੂ ਜੀ ਕੋਲ ਰੱਖਦੇ ਸਨ, ਉਹ ਉਹਨਾਂ ਨੇ ਉਹਨਾਂ ਪੱਤਿਆਂ ਦੇ ਉੱਪਰ ਵਿਛਾ ਲਿਆ। ਪਾਉਡਵੇਂ ਗੁਣ ਕਿਰਪਾ ਨਿਕੇਤਾ ਕਿਰਪਾ ਦੇ ਘਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉੱਥੇ ਵਿਰਾਜਮਾਨ ਹੋ ਗਏ, ਲੰਮੇ ਪੈ ਗਏ ਨੀਂਦ ਵਸ ਮੰਦਰ ਤਲੋਚਨਾ ਔਰ ਨੀਂਦ ਵਸ ਹੋ ਗਏ, ਨੇਤਰ ਬੰਦ ਕਰ ਲਏ ਸਤਿਗੁਰੂ ਜੀ ਨੇ। ਪਰਨਾ ਖਾਨ ਦੇ ਸੋਚ ਵਿਲੋਚਨਾ ਸਤਿਗੁਰੂ ਜਿਹੜੇ ਕਿਰਪਾ ਦੀ ਖਾਨ ਹਨ ਔਰ ਹਰ ਪ੍ਰਕਾਰ ਦੀ ਸੋਚ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਪ੍ਰਕਾਰ ਦੀ ਚਿੰਤਾ ਤੋਂ ਰਹਿਤ ਕਰਨ ਵਾਲੇ ਹਨ ਗੁਰੂ ਕੇ ਸਿੱਖਾਂ ਨੂੰ। ਉਹ ਬਿਰਾਜ ਗਏ ਉੱਥੇ। ਖੜ ਖੜਕਾਰਵ ਸੋਤੇ ਬੀਤੀ ਜਦੋਂ ਇਸ ਪ੍ਰਕਾਰ ਸਾਧ ਸੰਗਤ ਜੀ 6 ਘੜੀਆਂ ਸੁੱਤਿਆਂ ਹੋਇਆਂ ਸਮਾਂ ਬਤੀਤ ਹੋਇਆ ਤਰਵਰ ਕੀ ਛਾਇਆ ਬੇਪ੍ਰੀਤੀ ਤੇ ਕੁਦਰਤੀ ਗੱਲ ਹੈ ਵੀ ਦਰਖਤ ਦੀ ਛਾਂ ਦੂਜੇ ਪਾਸੇ ਚਲੇ ਜਾਂਦੀ ਹੈ, ਜਿੰਨਾ ਜਿੰਨਾ ਸੂਰਜ ਉੱਤੇ ਨੂੰ ਚਲਿਆ ਜਾਵੇਗਾ। 6 ਘੜੀਆਂ ਦਾ ਸਮਾਂ ਸਤਿਗੁਰੂ ਜੀ ਨੂੰ ਆਰਾਮ ਕਰਦਿਆਂ ਨੂੰ ਹੋ ਗਿਆ। ਪਹਿਲਾਂ ਦਰਖਤ ਦੀ ਛਾਂ ਦੇ ਥੱਲੇ ਵਿਰਾਜੇ ਸਨ, ਪਰ 6 ਘੜੀਆਂ ਤੋਂ ਬਾਅਦ ਦਰਖਤ ਦੀ ਜਿਹੜੀ ਛਾਂ ਹੈ ਉਹ ਵਿਪਰੀਤੀ ਉਲਟ ਪਾਸੇ ਹੋ ਗਈ ਪਰਮ ਦਿਸ਼ਾ ਤਰਨ ਬਹੁ ਜਾਵਾ ਔਰ ਪੱਛਮ ਦਿਸ਼ਾ ਵਾਲੇ ਪਾਸੇ ਸਾਧ ਸੰਗਤ ਜੀ ਇਹ ਛਾਂ ਚਲੀ ਗਈ। ਮੁਖ ਪੰਕਜ ਪਰਿਆਤ ਪਿਆਵਾ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਮਲ ਵਰਗੇ ਮੁਖੜੇ ਦੇ ਉੱਤੇ ਧੁੱਪ ਆ ਗਈ ਸਵੇਦੰ ਬਿੰਦ ਬੂੰਦ ਮਕਰੰਦਾ ਔਰ ਜਿਵੇਂ ਸਾਧ ਸੰਗਤ ਫੁੱਲਾਂ ਵਿੱਚੋਂ ਰਸ ਚੋਂਦਾ ਨਾ, ਸਤਿਗੁਰੂ ਜੀ ਦੇ ਸੋਹਣੇ ਮੁਖੜੇ ਦੇ ਉੱਤੋਂ ਤ੍ਰਿਪਤ ਤ੍ਰਿਪਤ ਕਰਕੇ ਪਸੀਨਾ ਮੁੜਕਾ ਚੋਣ ਲੱਗ ਪਿਆ। ਰਾਜਿਤ ਜਿਵ ਪਾਤਨ ਅਰਵਿੰਦਾ ਜਿਵੇਂ ਸਾਧ ਸੰਗਤ ਜੀ ਕਮਲ ਦੇ ਫੁੱਲ ਦੇ ਉੱਤੇ, ਉਹਦੀਆਂ ਪੱਤੀਆਂ ਦੇ ਉੱਤੇ ਇਹ ਰਸ ਚੋਣ ਲੱਗ ਪੈਂਦਾ ਹੁੰਦਾ, ਧੂੜਾ ਚੋਣ ਲੱਗ ਪੈਂਦਾ ਹੈ। ਜਦੋਂ ਚੰਦਰਮਾ ਮੰਡਲ ਮਾਹੀ ਔਰ ਜਾਂ ਫਿਰ ਜਿਵੇਂ ਚੰਦਰਮਾ ਦੇ ਵਿੱਚ ਕਿਨਕਾ ਸਰਵਤ ਪਿਯੋਗ ਸੁਹਾਈ ਚੰਦਰਮਾ ਦੀਆਂ ਕਿਰਨਾਂ ਦੇ ਵਿੱਚੋਂ ਅੰਮ੍ਰਿਤ ਦਾ ਕਿਣਕੇ ਚੋਂਦੇ ਹੋਣ। ਸ਼ੇਖ ਨਾਗ ਲਗ ਸੈਨ ਬਿਲਾਪੀ ਇੱਧਰ ਸਾਧ ਸੰਗਤ ਜੀ ਸ਼ੇਖ ਸ਼ਨਾਗ ਨੇ ਜਦੋਂ ਦੇਖਿਆ ਸਤਿਗੁਰੂ ਜੀ ਦੇ ਚਿਹਰੇ ਦੇ ਉੱਤੇ ਧੁੱਪ ਆਈ ਹੋਈ ਹੈ, ਉਹਨੇ ਸਾਧ ਸੰਗਤ ਜੀ ਮਿਲਾਪ ਦਾ ਸਮਾਂ ਜਾਣਿਆ। ਸ਼ੇਖ ਨਾਗ ਲਖ ਸੈਨ ਮਿਲਾਪੀ, ਇਹਨੇ ਦੇਖਿਆ ਕਿ ਸ਼ੇਸ਼ ਨਾਗ ਜਿਹੜਾ
ਜਿਨੇ ਕ੍ਰਿਸ਼ਨ ਭਗਵਾਨ ਦੇ ਵੀ ਸੇਵਾ ਕੀਤੀ ਸੀ। ਕ੍ਰਿਸ਼ਨ ਜੀ ਉਹਦੇ ਫਨ ਦੇ ਉੱਤੇ ਚੜ੍ਹ ਕੇ ਨੱਚਦੇ ਰਹੇ ਸਨ, ਸੇਜਾ ਬਣਾ ਕੇ ਉਹਦੇ ਵਿੱਚ ਆਰਾਮ ਕਰਦੇ ਸਨ। ਉਹਨੇ ਦੇਖਿਆ ਕਿ ਮੈਂ ਸਤਿਗੁਰੂ ਜੀ ਦਾ ਵੀ ਮਿਲਾਪੀ ਹੋਵਾਂ, ਮੇਲ ਕਰਾਂ, ਕਿ ਸਤਿਗੁਰੂ ਜੀ ਦੇ ਚਿਹਰੇ ਉੱਤੇ ਜਿਹੜੀ ਧੁੱਪ ਆਈ ਹੈ ਮੈਂ ਇਹਨੂੰ ਦੂਰ ਕਰ ਦੇਵਾਂ, ਛਾਂ ਕਰ ਦੇਵਾਂ। ਇਉਂ ਉਹਨੇ ਮਨ ਦੇ ਵਿੱਚ ਧਾਰਨ ਕੀਤਾ, ਸੋਚਿਆ। ਜਿਵੇਂ ਗਊ ਦਾ ਤਾਜ਼ਾ ਦੁੱਧ ਚੋਇਆ ਹੁੰਦਾ, ਸਾਧ ਸੰਗਤ ਬਹੁਤ ਚਿੱਟਾ ਹੁੰਦਾ, ਇਸ ਪ੍ਰਕਾਰ ਦਾ ਇਹਨੇ ਨਵੀਨ ਰੂਪ ਧਾਰਨ ਕਰ ਲਿਆ ਸ਼ੇਸ਼ਨਾਗ ਨੇ। ਹਾਂ, ਦੂਸਰਾ ਤਨ ਧਾਰਨ ਕਰਕੇ ਇਸ ਤਰ੍ਹਾਂ ਦਾ ਰੂਪ ਬਣਾ ਕੇ ਇਹ ਜਿਹੜਾ ਬੜਾ ਸਿਆਣਾ ਹੈ ਸ਼ੇਸ਼ਨਾਗ ਆਇਆ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਰੀਰ ਦੇ, ਸੁੰਦਰ ਮੁਖੜੇ ਦੇ ਦਰਸ਼ਨ ਕੀਤੇ, ਜਿਹੜਾ ਸੁੱਖਾਂ ਦਾ ਘਰ ਹੈ। ਫਿਰ ਬੜੀ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ 3 ਵਾਰ ਸਤਿਗੁਰੂ ਜੀ ਦੀਆਂ ਪ੍ਰਦਖਣਾ ਪ੍ਰਕਰਮਾ ਕੀਤੀਆਂ। ਔਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਵਾਲੇ ਪਾਸੇ ਜਾ ਕੇ ਸਥਿਤੀ ਕਰ ਲਈ, ਟਿਕ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛਾਂ ਕਰਨ ਵਾਸਤੇ ਬੜੇ ਭਾਰੀ ਸ਼ੇਸ਼ਨਾਗ ਨੇ ਆਪਣਾ ਫਨ ਖਿਲਾਰ ਲਿਆ। ਬੜਾ ਜਿਹੜਾ ਉਜਲਾ ਹੈ, ਚਿੱਟੇ ਰੰਗ ਦਾ, ਜਿਵੇਂ ਸੁਰਸਰੀ ਦੀ ਗੰਗਾ ਦੀ ਧਾਰਾ ਹੁੰਦੀ ਹੈ। ਉੱਚਾ ਜਿਹੜਾ ਇਹਦਾ ਸ਼ੇਸ਼ਨਾਗ ਦਾ ਫਨ ਹੈ, ਇਉਂ ਬੜਾ ਸ਼ੋਭਾ ਪਾ ਰਿਹਾ, ਫੱਬ ਰਿਹਾ ਹੈ। ਜਿਵੇਂ ਸਾਧ ਸੰਗਤ ਜੀ ਸਮੁੰਦਰ ਵਰਗੀ ਸੇਜਾ ਬਣਾਈ ਹੋਵੇ। ਔਰ ਇੰਨਾ ਚੌੜਾ ਇਹਦਾ, ਇੰਨਾ ਵੱਡਾ ਫਨ ਹੈ ਕਿ ਸਤਿਗੁਰੂ ਜੀ ਦੇ ਸਾਰੇ ਸਰੀਰ ਦੇ ਉੱਤੇ ਛਾਂ ਆ ਰਹੀ ਹੈ। ਜੜ ਵਰਗਾ ਸਾਧ ਸੰਗਤ ਜੀ ਸਥਿਰ ਹੋ ਗਿਆ ਇੱਕ ਥਾਂ। ਜਿਵੇਂ ਨਿਰਜਿੰਦ ਚੀਜ਼ਾਂ ਹੁੰਦੀਆਂ ਨਾ, ਉਵੇਂ ਇੱਕ ਥਾਂ ਟਿਕ ਕੇ ਖੜ ਗਿਆ, ਬਿਲਕੁਲ ਵੀ ਉੱਥੋਂ ਡਲਾਇਆ ਨਹੀਂ, ਹਿੱਲਿਆ ਨਹੀਂ। ਇਸ ਪ੍ਰਕਾਰ ਸ਼ੇਸ਼ਨਾਗ ਨੇ ਜਦੋਂ ਸਤਿਗੁਰੂ ਜੀ ਦੇ ਸੀਸ ਉੱਤੇ ਛਾਂ ਕੀਤੀ ਹੋਈ ਹੈ, ਜਦੋਂ ਕਾਫੀ ਸਮਾਂ ਬਤੀਤ ਹੋਇਆ, ਸਤਿਗੁਰੂ ਜੀ ਨੂੰ ਛਾਂ ਕਰਕੇ, ਇਹ ਸੇਵਾ ਕਰਕੇ ਬੜਾ ਸਾਧ ਸੰਗਤ ਜੀ ਮਨ ਦੇ ਵਿੱਚ ਇਹ ਪ੍ਰਸੰਨ ਹੋ ਰਿਹਾ ਹੈ। ਇੱਧਰ ਤਲਵੰਡੀ ਰਾਏ ਭੋਏ ਦੀ ਤਲਵੰਡੀ ਦਾ ਜਿਹੜਾ ਰਾਜਾ ਰਾਏ ਬੁਲਾਰ ਹੈ, ਉਹ ਆਪਣੀ ਸੈਨਾ ਦੇ ਸਮੇਤ, ਫੌਜ ਦੇ ਸਮੇਤ ਕਿਤੇ ਬਾਹਰ ਗਿਆ ਹੋਇਆ ਸੀ। ਉਸ ਵੇਲੇ ਸਾਧ ਸੰਗਤ ਜੀ ਉਹ ਵੀ ਉਧਰੋਂ ਹੀ ਚੱਲ ਕੇ ਆ ਗਿਆ। ਜਿਸ ਰਾਏ ਬੁਲਾਰ ਦੇ ਅੱਜ ਭਾਗ ਜਾਗਣ ਲੱਗੇ ਹਨ, ਬਹੁਤ ਵੱਡੇ ਭਾਗਾਂ ਵਾਲਾ, ਸੋਹਣੇ ਭਾਗਾਂ ਵਾਲਾ ਬਣਨ ਲੱਗਿਆ ਹੈ। ਇਹਦੇ ਨਾਲ ਫੌਜ ਦੇ ਬਹੁਤ ਸਾਰੇ ਘੋੜੇ ਹਨ ਤੇ ਆਪਣੇ ਨਗਰ ਨੂੰ ਇਹਨਾਂ ਦੇ ਸਮੇਤ, ਆਪਣੀ ਫੌਜ ਦੇ ਸਮੇਤ, ਘੋੜ ਸਵਾਰਾਂ ਦੇ ਸਮੇਤ ਬੜੇ ਉਮੰਗ ਉਤਸ਼ਾਹ ਦੇ ਸਹਿਤ ਵਾਪਸ ਮੁੜ ਰਿਹਾ ਹੈ। ਸਾਹਮਣੇ ਸ਼ੇਸ਼ਨਾਗ ਨੂੰ ਦੇਖ ਕੇ ਇਹਨੇ ਮਨ ਦੇ ਵਿੱਚ ਅਨੁਮਾਨ ਜਿਹਾ ਲਾਇਆ, ਮਨ ਦੇ ਵਿੱਚ ਹੀ ਕਿਆਸ ਕੀਤਾ ਕਿ ਕਿਸੇ ਨੇ ਉਜਲਾ ਚਿੱਟਾ ਕੱਪੜਾ ਜਿਹੜਾ ਉਹ ਧੁੱਪ ਤੋਂ ਬਚਣ ਵਾਸਤੇ ਤਾਣਿਆ ਹੋਇਆ ਹੈ। ਪਰ ਕਹਿੰਦੇ ਦਰਖਤ ਦੀ ਬੜੀ ਸੋਹਣੀ ਛਾਂ ਹੈ। ਇਹ ਕੌਣ ਹੈ ਜਿਹਨੇ ਦਰਖਤ ਦੀ ਛਾਂ ਤਾਂ ਤਿਆਗੀ ਹੋਈ ਹੈ ਤੇ ਆ ਚਿੱਟੇ ਰੰਗ ਦੇ ਕੱਪੜੇ ਦੀ ਛਾਂ ਕਰੀ ਬੈਠਾ ਹੈ। ਦਰਖਤ ਦੀ ਛਾਂ ਛੱਡ ਕੇ ਤੇ ਇਹ ਕੱਪੜਾ ਤਾਣ ਕੇ ਇਹਦਾ ਅਨੁਰਾਗੀ, ਇਹਦਾ ਪ੍ਰੇਮੀ ਕਿਉਂ ਹੋਇਆ? ਕੱਪੜਾ ਕਿਉਂ ਤਾਣਿਆ ਹੈ ਛਾਂ ਵਾਸਤੇ? ਇਸ ਤਰ੍ਹਾਂ ਦੀ ਵਿਚਾਰ ਕਰਦਾ ਕਰਦਾ ਜਦੋਂ ਇਹ ਰਾਏ ਬੁਲਾਰ ਨੇੜੇ ਪਹੁੰਚਿਆ, ਕੀ ਦੇਖਦਾ ਕਿ ਸਾਹਮਣੇ ਸ਼ੇਸ਼ਨਾਗ ਹੈ। ਰਸਨਾ ਫਰਕਤ, ਇਹਦੀਆਂ ਜੀਭਾਂ ਫਰਕ ਰਹੀਆਂ, ਕਿਉਂਕਿ ਆਪਾਂ ਨੂੰ ਪਤਾ ਨਾ ਵੀ ਸੱਪ ਉਹ ਜੀਭਾਂ ਉਹਦੀਆਂ ਇੱਦਾਂ ਹਿਲਦੀਆਂ ਹੀ ਰਹਿੰਦੀਆਂ, ਫਰਕਦੀਆਂ ਰਹਿੰਦੀਆਂ। ਇਹਨੇ ਸਾਧ ਸੰਗਤ ਜੀ ਦੇਖਿਆ ਕਿ ਇਹ ਤਾਂ ਸ਼ੇਸ਼ਨਾਗ ਦਾ ਮੁੱਖ ਹੈ ਜਿਹਦੀਆਂ ਜੀਭਾਂ ਫਰਕ ਰਹੀਆਂ ਹਨ। ਆ ਕੇ ਦੇਖਦਾ ਕਿ ਇਹ ਤਾਂ ਬਹੁਤ ਵੱਡਾ ਨਾਗ, ਬਹੁਤ ਵੱਡਾ ਸੱਪ ਹੈ ਤੇ ਇਹਦੇ ਫਣ ਦਾ ਆਕਾਰ ਵੀ ਬਹੁਤ ਵੱਡਾ ਹੈ ਤੇ ਬੜਾ ਉੱਚਾ ਚੱਕ ਕੇ ਇਹਨੇ ਆਪਣਾ ਜਿਹੜਾ
ਫਨ ਹੈ ਉਹਨੂੰ ਖਿਲਾਰ ਰੱਖਿਆ ਹੈ, ਚੌੜਾ ਕੀਤਾ ਹੋਇਆ ਹੈ। ਰਾਏ ਵਿਚਾਰ ਤੁਰ ਪਰਦਾਇਆ। ਉਸ ਵੇਲੇ ਰਾਏ ਬੁਲਾਰ ਮਨ ਦੇ ਵਿੱਚ ਵਿਚਾਰਦਾ ਹੈ। ਬਾਗ ਮਰਿਓ ਥਾਂ ਪੰਨੰਗ ਖਾਇਆ। ਕਹਿਣ ਲੱਗਾ ਕਿ ਇਹ ਜਿਹੜਾ ਬਾਲਕ ਇੱਥੇ ਪਿਆ ਹੈ, ਇਹਨੂੰ ਸੱਪ ਨੇ ਡਸ ਲਿਆ ਹੈ, ਜਿਸ ਕਰਕੇ ਇਹ ਮਰ ਗਿਆ ਹੈ। ਇਹ ਜੀਵਤ ਏਕੋ ਅਵਤਾਰੀ। ਹਾਂ, ਜੇਕਰ ਕਹਿੰਦੇ ਇਹ ਫਿਰ ਵੀ ਜਿਉਂਦਾ ਹੈ, ਸੱਪ ਇਹਦੇ ਕੋਲ ਖੜਾ, ਤੇ ਮੈਂ ਮੰਨਦਾ ਵੀ ਇਹ ਕੋਈ ਅਵਤਾਰ ਹੈ। ਸਰਬ ਸਵੇਦ ਜੈ ਸੇਵਾਕਾਰੀ। ਸਾਧ ਸੰਗਤ ਜੀ, ਜਿੱਥੇ ਸਤਿਗੁਰੂ ਜੀ ਬਿਰਾਜੇ ਹੋਏ ਆ, ਦੇਖਦਾ ਹੈ ਕਿ ਸੱਪ ਜਿਹੜਾ ਐਡਾ ਵੱਡਾ ਚਿੱਟੇ ਰੰਗ ਦਾ ਜਿਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ, ਫਿਰ ਇਹ ਕੋਈ ਅਵਤਾਰ ਹਨ ਜੇ ਇਹਨਾਂ ਨੂੰ ਦੱਸਿਆ ਨਹੀਂ ਸੱਪ ਨੇ। ਉਸ ਵੇਲੇ ਦੇਖਣ ਦੇ ਵਾਸਤੇ ਆਪਣਾ ਇੱਕ ਨੌਕਰ ਰਾਏ ਬੁਲਾਰ ਨੇ ਕੋਲ ਭੇਜਿਆ। ਜਦੋਂ ਸਾਧ ਸੰਗਤ ਇਹ ਨੌਕਰ ਆਇਆ ਤੇ ਸ਼ੇਸ਼ਨਾਗ ਉਸ ਪਾਸਿਓਂ ਹਟ ਕੇ ਧਰਤੀ ਦੇ ਵਿੱਚ ਪਤਾਲ ਵਿੱਚ ਜਾ ਸਮਾਇਆ। ਉਧਰ ਸਾਧ ਸੰਗਤ ਆਪਣੇ ਘੋੜੇ ਨੂੰ ਤੋਰ ਕੇ ਰਾਏ ਬੁਲਾਰ ਨੇੜੇ ਜਾ ਪਹੁੰਚਿਆ। ਤੇ ਬੜਾ ਇਹਨੇ ਅਚਰਜ ਜਾ ਦੇਖਿਆ, ਦੇਖਣ ਲੱਗਿਆ ਸਤਿਗੁਰੂ ਨੂੰ ਨੇੜੇ ਹੋ ਕੇ ਮਨ ਵਿੱਚ ਚਾਅ ਪੈਦਾ ਹੋਇਆ। ਜਦੋਂ ਨੇੜੇ ਪਹੁੰਚਿਆ ਇਹ ਘੋੜੇ ਦੇ ਉੱਤੇ, ਘੋੜੇ ਦੇ ਟਾਪਾਂ ਦੀ, ਘੋੜੇ ਦੇ ਖੁਰਾਂ ਦੀ ਆਵਾਜ਼ ਸੁਣ ਕੇ ਬੇਦੀ ਵੰਸ਼ ਦੇ ਸ੍ਰੇਸ਼ਟ ਜਿਹੜੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਉਹਨਾਂ ਦਾ ਸਰੀਰ ਕੁਝ ਸਾਵਧਾਨ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਨੇਤਰ ਖੋਲੇ, ਜਿਵੇਂ ਕਮਲ ਦੀਆਂ ਪੱਤੀਆਂ ਖਿੜਦੀਆਂ ਹਨ। ਸੋ ਇਸ ਪ੍ਰਕਾਰ ਜਿਵੇਂ ਸਾਧ ਸੰਗਤ ਜੀ ਕਾਲੇ ਰੰਗ ਦੇ ਤਾਰੇ ਹੁੰਦੇ ਆ ਨਾ, ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਖਾਂ ਦੇ ਜਿਹੜੇ ਤਾਰੇ, ਅੱਖਾਂ ਦੀਆਂ ਪੁਤਲੀਆਂ, ਉਹ ਕਾਲੇ ਭੌਰਿਆਂ ਵਰਗੇ ਹਨ। ਆਪਣੇ ਨੇੜੇ ਆਇਆ ਦੇਖ ਕੇ ਰਾਜੇ ਨੂੰ ਨਾਲ ਦੇਖਿਆ ਕਿ ਇਹਦੇ ਨਾਲ ਬਹੁਤ ਯੋਧਿਆਂ ਦੀ, ਇਹਦੀ ਫੌਜ ਦੀ ਭੀੜ ਸ਼ੋਭਾ ਪਾ ਰਹੀ ਹੈ। ਉਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਇਹ ਬਜ਼ੁਰਗ ਹਨ ਰਾਏ ਬੁਲਾਰ ਜੀ, ਤੇ ਬਾਕੀ ਸਾਡੇ ਨਗਰ ਦੇ ਮਾਲਕ ਹਨ, ਰਾਜੇ ਹਨ, ਉਹਨਾਂ ਨੂੰ ਨਮਸਕਾਰ ਕੀਤੀ। ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਕਲਯੁਗ ਦੇ ਵੱਡੇ ਵੱਡੇ ਪਾਪਾਂ ਨੂੰ ਕੱਟਣ ਵਾਲੇ ਹਨ। ਜਦੋਂ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਜੀ ਉੱਠ ਕੇ ਖੜੇ ਹੋਏ, ਤੇ ਇਹ ਜਿਹੜਾ ਰਾਜਾ ਉਹ ਵੀ ਆਪਣੇ ਘੋੜੇ ਤੋਂ ਹੇਠਾਂ ਉਤਰ ਆਇਆ ਔਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹਨੇ ਘੋੜੇ ਤੋਂ ਉਤਰ ਕੇ ਸਾਧ ਸੰਗਤ ਜੀ ਚੰਗੀ ਤਰ੍ਹਾਂ ਦੇਖਿਆ, ਛੇਤੀ ਦੇ ਨਾਲ ਗਲਵੱਕੜੀ ਦੇ ਵਿੱਚ ਲੈ ਲਿਆ। ਬੜੇ ਆਦਰ ਸਤਿਕਾਰ ਦੇ ਸਹਿਤ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗਲ ਦੇ ਨਾਲ ਲਾਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਸਤਕ ਚੁੰਮਿਆ। ਬਹੁਤ ਖੁਸ਼ ਹੋਇਆ ਇਹ ਔਰ ਬਹੁਤ ਭਾਵਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਧੀਨ ਹੋ ਗਿਆ, ਸਤਿਗੁਰੂ ਦਾ ਸ਼ਰਧਾਲੂ ਬਣ ਗਿਆ। ਜਾਣ ਲਿਆ ਕਿ ਇਹ ਤਾਂ ਬਹੁਤ ਪ੍ਰਭਾਵਸ਼ਾਲੀ ਪਰਮਾਤਮਾ ਦੇ ਅਵਤਾਰ ਹਨ। ਉਸ ਦਿਨ ਤੋਂ ਇਹੋ ਜੀ ਕਿਰਪਾ ਰਾਏ ਬੁਲਾਰ ਸਾਹਿਬ ਦੇ ਉੱਤੇ ਹੋਈ, ਸਾਧ ਸੰਗਤ ਜੀ ਕਦੇ ਵੀ ਇਹਦੇ ਮਨ ਦੀ ਸ਼ਰਧਾ ਨਹੀਂ ਡੋਲੀ। ਉਸ ਦਿਨ ਤੋਂ ਹੀ ਸਾਧ ਸੰਗਤ ਸ਼ਰਧਾ ਸਤਿਗੁਰੂ ਦੇ ਚਰਨਾਂ ਵਿੱਚ ਸਥਿਤ ਕਰਕੇ ਸ਼ਰਧਾ ਟਿਕਾ ਕੇ ਇਹਨੇ ਸਤਿਗੁਰੂ ਜੀ ਨੂੰ ਜਾਣ ਲਿਆ ਕਿ ਇਹ ਪਰਮੇਸ਼ਰ ਦੇ ਬਰਾਬਰ ਹਨ। ਮਨ ਕਰਕੇ ਇਹ ਰਾਜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਬੜਾ ਪ੍ਰੇਮ ਦੇ ਵਿੱਚ ਪਰਿਪੂਰਨ ਹੋ ਕੇ, ਬਹੁਤ ਪਿਆਰ ਦੇ ਵਿੱਚ ਆ ਕੇ ਤੋਂ ਕੁਝ ਬੋਲਿਆ ਨਾ ਗਿਆ। ਸਤਿਗੁਰੂ ਦੇ ਪਿਆਰ ਵਿੱਚ ਇਹ ਤੋਂ ਬਚਨ ਨਹੀਂ ਬੋਲੇ ਜਾਂਦੇ, ਕੰਠ ਰੁਕ ਗਿਆ। ਸਾਧ ਸੰਗਤ ਜੀ ਕੁਝ ਬੋਲ ਨਾ ਸਕਿਆ।
ਕਲਿਆਣ ਦੇ ਯੋਗ ਹੋ ਗਿਆ। ਗਾਤ ਰੰਗ ਚੜ ਪੁਲਕਤ ਅੰਗਾ। ਫਿਰ ਘੋੜੇ ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਚਲਿਆ ਗਿਆ। ਇਹਦੇ ਸਾਰੇ ਸਰੀਰ ਦਾ ਰੋਮ ਰੋਮ ਖਿੜ ਗਿਆ। ਬੈਠਿਓ ਸਤਨੇ ਸੰਗ ਮੰਗਾ। ਆਪਣੇ ਘਰ ਵਿੱਚ ਵੀ ਬੜੇ ਉਤਸ਼ਾਹ ਸਹਿਤ ਜਾ ਬੈਠਿਆ। ਜੇ ਮਨੋਰਥ ਸਾਧ ਵਿਚਾਰੈ। ਆਪਣੇ ਮਨ ਦੇ ਵਿੱਚ ਸਾਧ ਸੰਗਤ ਜੀ ਇਹ ਸ੍ਰੇਸ਼ਟ ਮਨ ਦਾ ਜਿਹੜਾ ਫੁਰਨਾ ਉਹਦੀ ਵਿਚਾਰ ਕਰਦਾ ਹੈ ਇਹ ਮਨ ਭਵ ਬੰਧਨ ਨਿਰਵਾਰੈ। ਕਿ ਇਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਸੰਸਾਰ ਸਾਗਰ ਦੇ ਬੰਧਨਾਂ ਨੂੰ ਨਿਰਵਾਰ ਦੇਣਗੇ, ਖਤਮ ਕਰ ਦੇਣਗੇ। ਹੋਏ ਤਰਨ ਜਬ ਤਰ ਲਟਕਾ ਲੜਕਾਈ। ਜਦੋਂ ਹਾਲੇ ਤਾਂ ਇਹ ਬਾਲਕ ਹੈ, ਵੱਡੇ ਹੋ ਜਾਣਗੇ, ਜਵਾਨ ਹੋ ਜਾਣਗੇ ਤੇ ਉਸ ਹੁਣ ਇਹਨਾਂ ਦੇ ਵਿੱਚ ਜਿਹੜਾ ਲੜਕਪਣ ਹੈ, ਜਦੋਂ ਇਹ ਵੱਡੇ ਹੋਣਗੇ ਕਰਮ ਤਬ ਮੈਂ ਬਿਨੈ ਵਡਾਈ। ਉਸ ਵੇਲੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ, ਨਮਸਕਾਰਾਂ ਕਰਾਂਗਾ ਤੇ ਇਹਨਾਂ ਦੀ ਮਹਿਮਾ ਉਸਤਤ ਬਹੁਤ ਕਰਾਂਗਾ। ਜੋ ਬਿਨ ਗੋ ਦੁਰਲਭ ਹੈ ਜੋ। ਜਿਹੜੀ ਪਦਵੀ ਵੱਡੇ ਵੱਡੇ ਜੋਗੀਆਂ ਨੂੰ, ਸਮਾਧੀਆਂ ਲਾਉਣ ਵਾਲਿਆਂ ਨੂੰ, ਸਿੱਧਾਂ ਪੁਰਖਾਂ ਨੂੰ ਬੜੀ ਦੁਰਲੱਭ ਹੈ, ਮਸਾਂ ਪ੍ਰਾਪਤ ਹੁੰਦੀ ਹੈ। ਇਹ ਪਰਮ ਪਦ ਮੁਝ ਕੋ ਸੋ। ਫਿਰ ਇਹ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰਨਗੇ, ਉਹ ਪਰਮ ਪਦਵੀ ਮੈਨੂੰ ਬਖਸ਼ ਦੇਣਗੇ। ਪੂਰਬ ਭਾਗ ਜਗਿਓ ਬਲ ਮੇਰਾ। ਮੇਰਾ ਕੋਈ ਅੱਜ ਪੂਰਬਲਾ ਵੱਡਾ ਭਾਗ ਜਾਗਿਆ ਹੈ। ਇਹ ਬਦਾਇ ਤਨ ਧਾਰ ਮੇਰਾ ਸੇ ਬਸੇਰਾ। ਮੇਰੇ ਨੇੜੇ ਹੀ ਖੁਦਾ ਨੇ ਇਹ ਸਰੀਰ ਧਾਰਨ ਕੀਤਾ ਹੋਇਆ ਹੈ। ਬੋਲਨ ਮਿਲਣੇ ਕੋ ਫਲ ਜਾਸੋ। ਸਰੀਰ ਧਾਰਨ ਕਰਕੇ ਮੇਰੇ ਨਗਰ ਵਿੱਚ ਹੀ ਬਸੇਰਾ ਵਾਸਾ ਕੀਤਾ ਹੋਇਆ। ਬੋਲਣ ਮਿਲਨੇ ਕੋ ਫਲ ਜਾਸੂ। ਜਿਨ੍ਹਾਂ ਦੇ ਨਾਲ ਬੋਲਣ ਕਰਕੇ, ਵਚਨ ਵਿਲਾਸ ਕਰਨੇ ਕਰਕੇ, ਜਿਨ੍ਹਾਂ ਨੂੰ ਮਿਲਣ ਕਰਕੇ, ਜਿਨ੍ਹਾਂ ਦੇ ਦਰਸ਼ਨ ਕਰਕੇ, ਜਿਨ੍ਹਾਂ ਦੇ ਫਲ, ਜਿਨ੍ਹਾਂ ਦੇ ਵਚਨਾਂ ਨੂੰ ਸਰਵਣ ਕਰਕੇ ਵੱਡਾ ਫਲ ਪ੍ਰਾਪਤ ਹੁੰਦਾ ਹੈ। ਵੇਦ ਕਤੇਬ ਨਾ ਕਹਿ ਸਕਤਾ ਸੋ। ਇੰਨਾ ਵੱਡਾ ਫਲ ਪ੍ਰਾਪਤ ਹੁੰਦਾ ਹੈ ਕਿ ਵੇਦ ਅਤੇ ਕਤੇਬ ਜਿਹੜੇ ਆ ਉਹ ਵੀ ਉਸ ਫਲ ਬਾਰੇ ਕਹਿ ਨਹੀਂ ਸਕਦੇ। ਰਿਦ ਕੋ ਭੇਜ ਕਾਲੂ ਬੁਲਵਾਇਓ। ਫਿਰ ਆਪਣੇ ਇੱਕ ਨੌਕਰ ਨੂੰ ਭੇਜ ਕੇ ਰਾਏ ਬੁਲਾਰ ਸਾਹਿਬ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਪਿਤਾ ਪਟਵਾਰੀ ਮਹਿਤਾ ਕਾਲੂ ਜੀ ਨੂੰ ਕੋਲ ਬੁਲਾਇਆ। ਹਰਿ ਆਦਰ ਨਿਜ ਨਿਰਗ ਸੁਖਾਇਓ। ਬਹੁਤ ਆਦਰ ਸਤਿਕਾਰ ਕਰਕੇ ਆਪਣੇ ਨੇੜੇ ਬਿਠਾ ਲਿਆ। ਸੁਧ ਕੋ ਸੁਧ ਜਾਣੈ ਨਾਹੀ। ਤੇ ਰਾਏ ਬੁਲਾਰ ਜੀ ਕਹਿਣ ਲੱਗੇ ਕਿ ਮਹਿਤਾ ਕਾਲੂ ਜੀ, ਤੁਹਾਡਾ ਜਿਹੜਾ ਪੁੱਤਰ ਨਾਨਕ ਹੈ ਨਾ, ਇਹਨੂੰ ਪੁੱਤਰ ਹੀ ਜਾਣ ਕੇ ਨਾ ਕਹਿੰਦੇ, ਐਵੇਂ ਸਮਝਦੇ ਰਹੋ ਕਿ ਸਾਡਾ ਪੁੱਤਰ ਹੀ ਹੈ। ਅਵਤਾਰ ਤੋਏ ਕਰਮਾਰੀ। ਮੈਂ ਸੱਚ ਕਹਿੰਦਾ ਹਾਂ, ਤੇਰੇ ਘਰ ਦੇ ਵਿੱਚ ਤਾਂ ਪ੍ਰਮਾਤਮਾ ਦਾ ਅਵਤਾਰ ਆਪ ਆ ਗਿਆ ਹੈ। ਜਾਗਿਓ ਗਰਵ ਭਾਗ ਜਗ ਤੇਰੋ। ਤੇਰੇ ਬਹੁਤ ਵੱਡੇ ਭਾਗ ਜਾਗ ਪਏ ਹਨ ਸੰਸਾਰ ਵਿੱਚ। ਆਪ ਸੰਸਾਰ ਕੋ ਔਰ ਨਾ ਹੀਰੋ। ਮੈਂ ਤੇਰੇ ਸਮਾਨ, ਤੇਰੇ ਸਦਰਸ਼, ਤੇਰੇ ਬਰਾਬਰ ਹੋਰ ਨਹੀਂ ਕਿਸੇ ਨੂੰ ਦੇਖਦਾ। ਵਸਨ ਸਾਦਰ ਸੋ ਦੀਜੈ। ਔਰ ਤੇਰੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾ ਜਿਹੜੇ, ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤੋਟ ਨਾ ਆਉਣ ਦੇਈ। ਸੁੰਦਰ ਵਸਤਰ, ਸੁੰਦਰ ਭੋਜਨ ਸਭ ਕੁਝ ਇਹਨਾਂ ਨੂੰ ਦੇਵੀਂ। ਅਵਹੇਲਨ ਮਨੈ ਤਨ ਕੋ ਕੀਜੈ। ਔਰ ਸਦਾ ਹੀ ਇਹਨਾਂ ਦਾ ਸਤਿਕਾਰ ਕਰਦਾ ਰਹੀ, ਕਦੇ ਇਹਨਾਂ ਦਾ ਨਿਰਾਦਰ ਨਾ ਕਰੀ। ਆਦ ਜਾਨ ਦੁਰਬਚਨ ਨ ਪਾਕੋ। ਆਪਣਾ ਪੁੱਤਰ ਜਾਣ ਕੇ ਐਵੇਂ ਇਹਨਾਂ ਨੂੰ ਖੋਟੇ ਵਚਨ ਨਾ ਕਦੇ ਆਖੀ, ਗਾਲ ਮੰਦਾ ਨਾ ਕਰੀ। ਪਰਮੇਸ਼ਰ ਸਮ ਸ਼ਰਧਾ ਪਾਕੋ। ਬਲਕਿ ਪਰਮੇਸ਼ਰ ਦੇ ਸਮਾਨ, ਪ੍ਰਮਾਤਮਾ ਦੇ ਵਾਂਗ ਹੀ ਇਹਨਾਂ ਉੱਤੇ ਸ਼ਰਧਾ ਰੱਖੋ। ਹੁਣ ਬਲਾਰ ਕਾਲੂ ਕੇ ਸਾਥਾ। ਉਸ ਵੇਲੇ ਸਾਧ ਸੰਗਤ ਜੀ ਇਹ ਬਚਨ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਦੇ ਨਾਲ ਕੀਤੇ। ਕਈ ਸਰਬ ਕੀ ਸਾਬਿਤ ਗਾਥਾ। ਸਾਰੀ ਗਾਥਾ, ਸਾਰੀ ਕਹਾਣੀ ਦੱਸ ਦਿੱਤੀ ਕਿ ਅੱਜ ਮੈਂ ਆਪ ਅੱਖੀਂ ਡਿੱਠਾ ਦਰਸ਼ਨ ਕੀਤੇ ਐ। ਸ਼ੇਸ਼ ਨਾਗ ਨੇ ਇਹਨਾਂ ਦੇ ਚਿਹਰੇ ਦੇ ਉੱਤੇ ਜਦੋਂ ਧੁੱਪ ਆਈ ਦੇਖੀ, ਆਪਣਾ ਫਨ ਖਿਲਾਰ ਕੇ ਆਪ ਛਾਂ ਕੀਤੀ। ਆਦਵ ਤਬ ਤੈਨ ਤੇ ਕੀਏ ਛਾਇਆ। ਔਰ ਬੜੀ ਤਪਸ਼ ਤੇਜ਼ ਧੁੱਪ ਸੀ ਜਿਹੜੀ, ਉਹਦੇ ਤੋਂ ਬਚਾਉਣ ਵਾਸਤੇ ਉਹਨੇ ਛਾਂ ਕੀਤੀ। ਮੈਂ ਹੇਰ ਨਿਜ ਦੇ ਦੁਰਾਇਆ। ਅਸੀਂ ਜਦੋਂ ਜਾ ਕੇ ਦੇਖਿਆ, ਸਾਨੂੰ ਦੇਖ ਕੇ ਉਹਨੇ ਆਪਣੇ ਆਪ ਨੂੰ ਛੁਪਾ ਲਿਆ। ਸ਼ੇਸ਼ਨਾਗ ਅਲੋਪ ਹੋ ਗਿਆ ਉੱਥੋਂ। ਸੁਣ ਕਰ ਕਾਲੂ ਕਹਿਤ ਭਲਾਜੋ। ਉਸ ਵੇਲੇ ਮਹਿਤਾ ਕਾਲੂ ਜੀ ਸੁਣ ਕੇ ਕਹਿਣ ਲੱਗੇ, ਜੀ ਕਹਿੰਦੇ ਠੀਕ ਹੈ। ਹੋਏ ਤਾਂ ਜਾਨੀ ਜਾਏ ਕਲਾਜੋ। ਕਹਿੰਦਾ ਹਾਂ, ਜੇ ਕੋਈ ਕਲਾ ਹੋਊਗੀ ਇਹਨਾਂ ਵਿੱਚ ਤਾਂ ਚਲੋ ਜਾਣੀ ਜਾਊਗੀ। ਅਸ ਕਹਿ ਗਇਓ ਅਸ਼ਰਦਾ ਤਾਰੀ। ਇਉਂ ਸਾਧ ਸੰਗਤ ਜੀ ਸ਼ਰਧਾ ਤੋਂ ਹੀਣੇ ਜੇ ਬਚਨ, ਅਸ਼ਰਧਾ ਜੇ ਵਾਲੇ ਬਚਨ ਕਹਿ ਦਿੱਤੇ। ਮਾਇਆ ਮੋਹ ਪ੍ਰਬਲ ਜੇ ਪਾਰੀ। ਜਿਸ ਮਹਿਤਾ ਕਾਲੂ ਜੀ ਦੇ ਉੱਤੇ ਮਾਇਆ ਦਾ ਮੋਹ ਬੜੇ ਬਲ ਦੇ ਸਹਿਤ ਪ੍ਰਭਾਵ ਪਾ ਰਿਹਾ, ਬੜਾ ਪ੍ਰਬਲ ਹੈ। ਤਯਾ ਸੋ ਤਯੋ ਸੋ ਕਰੇ ਜਿਉ ਪ੍ਰੇਰੈ ਨਿਰੰਤਾ। ਕਿਉਂਕਿ ਸਾਧ ਸੰਗਤ ਜੀ ਜੀਵ ਤਾਂ ਉਹੀ ਕੁਝ ਕਰ ਸਕਦੇ ਆ ਨਾ ਜਿਵੇਂ ਵਾਹਿਗੁਰੂ ਪ੍ਰੇਰਨਾ ਕਰਦਾ ਹੈ।
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜਿਵੇਂ ਮਾਇਆ ਨੂੰ ਪ੍ਰੇਰਨਾ ਕਰਕੇ ਪਿਤਾ ਮਹਿਤਾ ਕਾਲੂ ਉੱਤੇ ਪ੍ਰਭਾਵ ਪਾਇਆ, ਅਸੀਂ ਉਸ ਤਰ੍ਹਾਂ ਦੇ ਉਹ ਬਚਨ ਕਰਦੇ ਹਨ। ਜੋ ਜੰਤੀ ਵਸ ਵਾਜੈ ਜਨਤਾ, ਜਿਵੇਂ ਸਾਧ ਸੰਗਤ ਜੰਤਰੀ ਵਾਜੇ ਨੂੰ ਵਜਾਉਣ ਵਾਲਾ, ਸਾਜ਼ ਨੂੰ ਵਜਾਉਣ ਵਾਲਾ ਜਿਵੇਂ ਵਜਾਉਂਦਾ ਉਹਨੇ ਉਵੇਂ ਆਵਾਜ਼ ਕੱਢਣੀ ਹੁੰਦੀ ਹੈ। ਦਾਰ ਨਾਲ ਕੋ ਕਿਆ ਗੁਣ ਦੋਛੋ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਦਾਰ ਨਾਰ ਜਿਹੜੀਆਂ ਕਾਠ ਦੀਆਂ ਪੁਤਲੀਆਂ ਉਹਨਾਂ ਦੇ ਵਿੱਚ ਕਹਿੰਦੇ ਕਿਹੜਾ ਗੁਣ ਹੁੰਦਾ ਤੇ ਕਿਹੜਾ ਦੋਸ਼ ਹੁੰਦਾ ਹੈ। ਇਹ ਪਰ ਕਿਆ ਪ੍ਰਸਾਦ ਕਿਆ ਰਸ, ਕਿਉਂਕਿ ਉਹਨਾਂ ਨੂੰ ਤਾਂ ਜਿਵੇਂ ਪੁਤਲੀਆਂ ਨੂੰ ਹਿਲਾਉਣ ਵਾਲਾ ਪਿੱਛੇ ਬੈਠਾ ਉਹਨਾਂ ਦੀਆਂ ਤਾਰਾਂ ਹਿਲਾਈ ਜਾਂਦਾ, ਉਹਨਾਂ ਨੇ ਉਵੇਂ ਨੱਚਣਾ ਹੁੰਦਾ। ਤੇ ਫਿਰ ਕਹਿੰਦੇ ਉਹਨਾਂ ਦੇ ਉੱਤੇ ਕਾਹਦੀ ਕਿਰਪਾ, ਕਾਹਦੀ ਖੁਸ਼ੀ ਕਰੀਏ ਤੇ ਕਾਹਦਾ ਰੋਸ ਕਰੀਏ। ਸ੍ਰੀ ਨਾਨਕ ਅਨੁਸਾਰੀ ਮਾਇਆ, ਜਿਹੜੀ ਮਾਇਆ ਹੈ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਦੇ ਅਧੀਨ ਹੈ, ਅਨੁਸਾਰੀ ਹੈ। ਦਸ ਇੱਛਾ ਕਰੀ ਤਸ ਛਾਇਆ, ਜਿਵੇਂ ਉਹਨਾਂ ਦੀ ਇੱਛਾ ਉਵੇਂ ਮਾਇਆ ਪ੍ਰਭਾਵ ਪਾਉਂਦੀ ਹੈ, ਉਹੋ ਜਿਹਾ ਪਰਛਾਵਾਂ ਪਾਉਂਦੀ ਹੈ। ਹਰ ਬਣਾਏ ਗੁਰ ਹਰਿ ਸਮੇਤ, ਔਰ ਇਸ ਤਰ੍ਹਾਂ ਮਹਿਤਾ ਕਾਲੂ ਜੀ ਬੜੇ ਖੁਸ਼ੀ ਦੇ ਸਮੇਤ ਆਪਣੇ ਘਰ ਆ ਗਏ ਹੇਤ ਬੰਦੇ ਦੀ ਕੁਲ ਕੇਤੂ, ਔਰ ਬਹੁਤ ਪ੍ਰੇਮ ਕਰਦੇ ਹਨ ਬੇਦੀ ਕੁਲ ਕੇਤੂ, ਬੇਦੀ ਕੁਲ ਦੇ ਸਤਾਰੇ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ। ਜੋ ਪ੍ਰਸੰਤਾ ਸੁਰਤੀ ਚਾਰੀ, ਕੁਝ ਤਾਂ ਪ੍ਰਸੰਨਤਾ ਖੁਸ਼ੀ ਇਹ ਵੀ ਹੈ ਕਿ ਹੁਣ ਇਹ ਗਊਆਂ ਮੱਝਾਂ ਚਾਰਨ ਲੱਗੇ ਹਨ। ਤ੍ਰਿਪ ਬੁਲਾਰ ਨਤ ਬਰ ਚਾਰੀ, ਦੂਜਾ ਜਿਹੜਾ ਰਾਜਾ ਰਾਏ ਬੁਲਾਰ ਹੈ ਉਹਨੇ ਇਹਨਾਂ ਦੇ ਪੁੱਤਰ ਗੁਰੂ ਨਾਨਕ ਦੇਵ ਜੀ ਦੀ ਉਸਤਤੀ ਬਹੁਤ ਉਚਾਰੀ ਹੈ। ਜਾਂਦੇ ਕਰਤ ਦੁਲਾਰ ਵਿਸਾਲਾ, ਇਸ ਕਰਕੇ ਪਿਤਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਨਾਲ ਬਹੁਤ ਪ੍ਰੇਮ ਲਾਡ ਕਰਦੇ ਹਨ। ਸੀਤਲ ਲੋਚਨ ਦੇਵ ਕਿਰਪਾਲਾ, ਇੱਧਰ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਠੰਡੇ ਨੇਤਰਾਂ ਵਾਲੇ ਹਨ, ਕਿਰਪਾ ਦੇ ਘਰ ਹਨ, ਉਹਨਾਂ ਵੱਲ ਦ੍ਰਿਸ਼ਟੀ ਕਰਦੇ ਹਨ ਪਿਤਾ ਮਹਿਤਾ ਕਾਲੂ ਜੀ। ਤਾਜਨ ਤੇ ਤਲਵੰਡੀ ਪੁਰ ਮੈਂ, ਉਸ ਦਿਨ ਤੋਂ ਸਾਰਾ ਜਿਹੜਾ ਰਾਏ ਭੋਏ ਤਲਵੰਡੀ ਨਗਰ ਹੈ ਇਹਦੇ ਵਿੱਚ ਮਹਿਮਾ ਕਰਤ ਪਏ ਕਰ ਕਰ ਮੈਂ, ਘਰ ਘਰ ਦੇ ਵਿੱਚ ਲੋਕ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਨ ਲੱਗ ਪਏ। ਮਰਸ ਪਰ ਮਿਲ ਨਰ ਨਾਰੀ, ਸਾਰੇ ਨਰ ਨਾਰੀਆਂ ਇਸਤਰੀ ਪੁਰਖ ਮਿਲ ਮਿਲ ਕੇ ਬਚਨ ਕਹਿੰਦੇ ਹਨ ਸਰਬ ਸ਼ਾਲ ਨਿਪ ਪਰਨੈਣ ਨਿਹਾਰੀ, ਕਿ ਸਾਡੇ ਰਾਏ ਬੁਲਾਰ ਸਾਹਿਬ ਜਿਹੜੇ ਰਾਜਾ ਜੀ ਹਨ ਉਹਨਾਂ ਨੇ ਸੱਪ ਨੂੰ ਛਾਂ ਕਰਦਿਆਂ ਹੋਇਆਂ ਆਪਣੇ ਅੱਖਾਂ ਦੇ ਨਾਲ ਤੱਕਿਆ ਹੈ। ਬਾਵਾਦਰ ਕਰ ਕੰਠ ਲਗਾਇਓ, ਔਰ ਫਿਰ ਉਹਨਾਂ ਨੇ ਬਹੁਤ ਆਦਰ ਸਤਿਕਾਰ ਕਰਕੇ ਆਪਣੇ ਗਲੇ ਦੇ ਨਾਲ ਲਾਇਆ ਹੈ। ਸਤਿਨਾਮ ਦਸ ਬਦਨੇ ਲਾਇਓ, ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਹਰ ਇੱਕ ਘਰ ਘਰ ਦੇ ਵਿੱਚ ਫੈਲ ਗਿਆ। ਸਤਿਗੁਰੂ ਜੀ ਦੀ ਮਹਿਮਾ, ਸਤਿਗੁਰੂ ਦਾ ਜਸ ਹਰ ਘਰ ਘਰ ਦੇ ਵਿੱਚ ਮੁਖੋਂ ਬੋਲ ਰਹੇ ਹਨ ਲੋਕ। ਕਲਾਵਾਨ ਕਾਲੂ ਸਤ ਕੋਈ, ਕਹਿੰਦੇ ਹਨ ਕਿ ਕਾਲੂ ਜੀ ਦਾ ਪੁੱਤਰ ਇਹ ਤਾਂ ਕੋਈ ਕਲਾਵਾਨ ਪੁਰਖ ਹੈ, ਸ਼ਕਤੀਵਾਨ ਹੈ, ਪ੍ਰਗਟ ਨਾ ਹੋਤ ਅਬਨ ਕੋ ਕੋਈ, ਪਰ ਇਹ ਪ੍ਰਗਟ ਨਹੀਂ ਹੁੰਦਾ, ਆਪਣੇ ਆਪ ਨੂੰ ਛੁਪਾ ਕੇ ਰੱਖਦਾ ਹੈ। ਅਸਬਦ ਬੀਤੀ ਰਤ ਬਸੰਤਾ, ਇਸ ਪ੍ਰਕਾਰ ਸਾਧ ਸੰਗਤ ਜੀ ਇਹ ਬਸੰਤ ਦੀ ਰੁੱਤ ਬਤੀਤ ਹੋ ਗਈ। ਸਾਰਦ ਸੁਰਪੀ ਸ੍ਰੀ ਜਗਕੰਤਾ, ਸੰਸਾਰ ਦੇ ਸੁਆਮੀ ਸ਼ੋਭਾਵਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਐਉਂ ਗਊਆਂ ਮੱਝਾਂ ਚਾਰਦੇ ਹਨ। ਗ੍ਰੀਖ ਮਰਤ ਕੀਨੋ ਜੋਰਾ, ਉਸ ਤੋਂ ਬਾਅਦ ਸਾਧ ਸੰਗਤ ਗ੍ਰੀਖਮ ਰੁੱਤ ਗਰਮੀ ਦੀ ਰੁੱਤ ਨੇ ਜ਼ੋਰ ਪਕੜਿਆ। ਅਬਦ ਭਾਈ ਅਦ ਸਹਿ ਚੌਂਪੋਰਾ, ਚਾਰੇ ਪਾਸੇ ਵਿਸ਼ੇਸ਼ ਕਰਕੇ ਬਹੁਤ ਸਾਧ ਸੰਗਤ ਤਪਸ਼ ਵੱਧ ਗਈ, ਗਰਮੀ ਵੱਧ ਗਈ। ਕਬੈਰ ਦਾ ਜਿਵ ਮਤਸਰ ਤਾਰੀ, ਸਾਧ ਸੰਗਤ ਜੀ ਜਿਵੇਂ ਸਾਧ ਸੰਗਤ ਬਹੁਤ ਈਰਖਾ ਵਾਲਾ ਕੋਈ ਬੰਦਾ ਹੋਵੇ ਨਾ, ਉਹਦਾ ਹਿਰਦਾ ਈਰਖਾਲੂ ਬੰਦੇ ਦਾ ਤਪਦਾ ਹੁੰਦਾ ਹੈ। ਕਿਉ ਤਪ ਗਈ ਭੂਮਿਕਾ ਸਾਰੀ, ਇਸ ਪ੍ਰਕਾਰ ਸਾਰੀ ਭੂਮੀ, ਸਾਰੀ ਜ਼ਮੀਨ, ਸਾਰੀ ਧਰਤੀ ਤਪ ਗਈ। ਬੈਠ ਜੋਰ ਸੋ ਤਪਤ ਸੁਮੀਰਾ, ਤੇ ਜਿਹੜੀ ਹਵਾ ਹੈ ਸਾਧ ਸੰਗਤ ਜੀ ਉਹ ਵੀ ਬੜੇ ਜ਼ੋਰ ਦੀ ਚੱਲਦੀ ਹੈ, ਬੜੀ ਤਪਸ਼ ਦੇ ਸਹਿਤ, ਜੋ ਤਾਪੈ ਨਰ ਨਾਰ ਸਰੀਰਾ, ਜਿਹੜੀ ਸਾਰੇ ਮਨੁੱਖਾਂ ਇਸਤਰੀਆਂ ਦੇ ਸਰੀਰ ਨੂੰ ਬੜਾ ਤਪਾਉਂਦੀ ਹੈ। ਜੋ ਘਰ ਉਤਰੈ ਭਜਨ ਬੁਢਾਰੀ, ਜਿਵੇਂ ਕਹਿੰਦੇ ਕੋਈ ਮੂਰਖ ਮਨੁੱਖ ਕੋਈ ਐਵੇਂ ਭੈੜੇ ਜੇ ਬਚਨ ਕਰੇ ਪੁੱਠੀ ਚਾਲ ਵਿੱਚ, ਦਾਤ ਪਾਏ ਦੇ ਦਰਸ ਨਾਦੀ, ਔਰ ਸਾਹਮਣੇ ਸੁਣਨ ਵਾਲੇ ਦਾ ਗੁੱਸੇ ਦੇ ਨਾਲ ਹਿਰਦਾ ਤਪਾ ਦਿੰਦਾ ਹੈ। ਮਾਰ ਕੰਡ ਕੀ ਕੰਡ ਮਰੀਚਾ, ਇਸੇ ਤਰ੍ਹਾਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਹਨ ਉਹ ਬਹੁਤ ਤਪਸ਼ ਦੇ ਸਹਿਤ ਹਨ, ਤਿੱਖੀਆਂ ਹਨ। ਤੁਹੀ ਜੀਵ ਲਗ ਥਾਲਨ ਵਿਚਾ, ਛੋਟੇ ਛੋਟੇ ਤਲਾਬਾਂ, ਪਾਣੀ ਦੇ ਸੋਮਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਜਲ ਦੇ ਜੀਵ ਹੈ,
ਪਾਣੀ ਤਪਣ ਕਰਕੇ ਉਹ ਵੀ ਬੜੇ ਦੁਖੀ ਹੋ ਜੋ ਗਏ। ਜਗ ਭਗਤਹੀਨ ਹੈ ਪ੍ਰਾਨੀ। ਜਿਵੇਂ ਸਾਧ ਸੰਗਤ ਭਗਤੀ ਤੋਂ ਹੀਣਾ ਮਨੁੱਖ ਸੰਸਾਰ ਦੇ ਵਿੱਚ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਤਪਦਾ ਹੈ, ਜਨਮ ਮਰਨ ਮੈਂ ਨਿਤ ਦੁਖ ਪਾਣੀ ਖਾਨੀ। ਔਰ ਜਨਮ ਮਰਨ ਦੇ ਵਿੱਚ ਪੈ ਕੇ ਨਿੱਤਾ ਪ੍ਰਤੀ ਦੁੱਖਾਂ ਦੀ ਖਾਨ ਬਣਿਆ ਰਹਿੰਦਾ ਹੈ, ਦੁੱਖਾਂ ਦਾ ਘਰ ਬਣਿਆ ਰਹਿੰਦਾ, ਬਹੁਤ ਦੁੱਖ ਪਾਉਂਦਾ ਹੈ। ਸੋਵੇ ਜਲ ਕਲਦਮ ਬਹਿਰਾਨੀ। ਜਿਵੇਂ ਸਾਧ ਸੰਗਤ ਜੀ ਕੋਈ ਜਲ ਦਾ ਸੋਮਾ ਹੋਵੇ, ਉਹਦੇ ਵਿੱਚ ਜਿਹੜਾ ਚਿੱਕੜ ਹੈ ਉਹ ਸੁੱਕ ਕੇ ਬੜਾ ਵਿਆਕੁਲ ਹੋ ਜਾਂਦਾ ਹੈ, ਪਾਟ ਜਾਂਦਾ ਹੈ। ਜਨ ਪ੍ਰੇਮੀ ਔਰ ਸੀਖ ਸਖਾਨੀ। ਇਸੇ ਤਰ੍ਹਾਂ ਜਿਵੇਂ ਉਹ ਇਹ ਕਹਿ ਰਿਹਾ ਹੋਵੇ, ਜਿਹੜੇ ਪ੍ਰੇਮੀ ਹੈ, ਪਿਆਰ ਕਰਨ ਵਾਲੇ ਹੈ ਗੁਰੂ ਨੂੰ, ਜਾਂ ਦੁਨਿਆਵੀ ਪ੍ਰੇਮੀ ਵੀ ਹੈ, ਤੇ ਉਹ ਸਾਧ ਸੰਗਤ ਜਦੋਂ ਵਿਛੋੜਾ ਪੈ ਜਾਂਦਾ ਤੇ ਉਹਨਾਂ ਨੂੰ ਸਿੱਖਿਆ ਸਿਖਾ ਰਹੇ ਹੋਣ ਵੀ ਭਾਈ ਵਿਛੋੜੇ ਦਾ ਦੁੱਖ ਇਹ ਹੈ, ਜਦੋਂ ਪਾਣੀ ਦੇ ਨਾਲੋਂ ਵਿਛੋੜਾ ਪਿਆ ਤੇ ਉਹ ਚਿੱਕੜ ਜਿਹੜਾ ਸੁੱਕ ਕੇ ਪਾਟ ਜਾਂਦਾ। ਇਸੇ ਤਰ੍ਹਾਂ ਸੰਸਾਰ ਦੇ ਜੀਵ ਹੈ, ਜਦੋਂ ਵਿਛੋੜਾ ਪੈਂਦਾ ਆਪਣੇ ਪਿਆਰਿਆਂ ਦੇ ਨਾਲੋਂ, ਸਾਧ ਸੰਗਤ ਜੀ ਅਤ ਦਾ ਜਿੱਥੇ ਪ੍ਰੇਮ ਹੋਵੇ ਤੇ ਉਹ ਵਿਛੋੜੇ ਦੇ ਵਿੱਚ ਉਹ ਹਿਰਦੇ ਵੀ ਪਾਟ ਜਾਂਦੇ ਹਨ। ਸਹਿਜ ਧੂਰ ਬਹੁ ਬ੍ਰਹਮ ਦੁਖ ਭੂਰੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗਰਮੀ ਦੀ ਰੁੱਤ ਦੇ ਵਿੱਚ ਮੱਝਾਂ ਗਾਵਾਂ ਚਾਰਦੇ ਹਨ ਤੇ ਬਹੁਤ ਧੂੜ ਮਿੱਟੀ ਘੱਟੇ ਦੇ ਸਹਿਤ ਬਹੁਤ ਵਾਵ ਰੋਲੇ ਚੱਲਦੇ ਹਨ। ਜੋ ਮਤ ਭ੍ਰਮਤ ਬਿਨਾ ਗੁਰ ਪੂਰੇ। ਜਿਵੇਂ ਪੂਰੇ ਗੁਰੂ ਦੀ ਪ੍ਰਾਪਤੀ ਤੋਂ ਬਿਨਾ ਜੀਵ ਦੀ ਮੱਤ ਭਰਮਦੀ ਰਹਿੰਦੀ ਹੈ, ਇੱਧਰ ਉੱਧਰ ਦੌੜਦੀ ਭੱਜਦੀ ਹੈ। ਮ੍ਰਿਗ ਤ੍ਰਿਸ਼ਨਾ ਕੋ ਹੀਰੇ ਨੀਲਾ। ਤੇ ਜਿਵੇਂ ਸਾਧ ਸੰਗਤ ਜੀ ਮਿਰਗ ਤ੍ਰਿਸ਼ਨਾ ਦੇ ਜਲ ਨੂੰ ਦੇਖ ਕੇ ਦੌੜਦਾ ਭੱਜਦਾ ਹੈ, ਬੜਾ ਵਿਆਕੁਲ ਹੁੰਦਾ ਹੈ। ਔਰ ਇਸੇ ਤਰ੍ਹਾਂ ਸਤਿਗੁਰੂ ਨੇ ਸਾਧ ਸੰਗਤ ਜੀ ਜਿਹੜਾ ਇਹ ਗਰਮੀ ਦੇ ਮਹੀਨੇ ਦੇ ਵਿੱਚ ਮੱਝਾਂ ਗਾਵਾਂ ਚਾਰ ਰਹੇ ਹਨ, ਤੇ ਭਾਈ ਸਾਹਿਬ ਜੀ ਨੇ ਇੱਥੇ ਜਿਹੜਾ ਪ੍ਰਮਾਣ ਇਸ ਤੋਂ ਪਹਿਲੀ ਤੁਕ ਵਿੱਚ ਦਿੱਤਾ ਹੈ, ਜਿਉ ਮਤ ਭ੍ਰਮਤ ਬਿਨਾ ਗੁਰ ਪੂਰੇ। ਜਿਵੇਂ ਸਾਧ ਸੰਗਤ ਪੂਰੇ ਗੁਰੂ ਤੋਂ ਬਿਨਾ ਮਤ ਭਰਮਦੀ ਰਹਿੰਦੀ ਹੈ ਜੀਵ ਦੀ, ਉਹ ਫਿਰ ਕਦੇ ਕਿਸੇ ਦਾ ਚੇਲਾ ਬਣਦਾ, ਜਾ ਕੇ ਕਿਸੇ ਮੜੀ ਤੇ ਮੱਥਾ ਟੇਕਦਾ ਹੈ, ਕਿਤੇ ਸਾਧ ਸੰਗਤ ਜੀ ਕਬਰ ਦੇ ਉੱਤੇ ਚਾਦਰਾਂ ਚੜਾਉਂਦਾ ਹੈ, ਕਿਤੇ ਜਾ ਕੇ ਲੱਸੀਆਂ ਪਾਉਂਦਾ, ਕਿਤੇ ਸਾਧ ਸੰਗਤ ਜੀ ਕੋਈ ਬੇਆਸੇ ਵਾਲੇ ਕੋਲੇ ਤੁਰਿਆ ਫਿਰਦਾ, ਕੋਈ ਰਾਹ ਦੇ ਸੁਆਮੀ ਕੋਲੇ, ਤੇ ਕੋਈ ਸਰਸੇ ਵਾਲੇ ਕੋਲੇ, ਕੋਈ ਨਰਕ ਧਾਰੀਆਂ ਦੇ ਤੁਰਿਆ ਫਿਰਦਾ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਕੇ। ਇਸੇ ਤਰ੍ਹਾਂ ਕਹਿੰਦੇ ਗਰਮੀ ਦੀ ਰੁੱਤ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਹੋਇਆ, ਜੀਵ ਵਿਆਕੁਲ ਹੋਏ ਹਨ ਮਿਰਗ ਤ੍ਰਿਸ਼ਨਾ ਨੂੰ ਦੇਖ ਕੇ। ਜਿਵੇਂ ਸਾਧ ਸੰਗਤ ਜੀ ਦੌੜਦ ਮਿਰਗ ਨੇ ਪਾਵੈ ਪੀਆ। ਮਿਰਗ ਦੌੜਦੇ ਰਹਿੰਦੇ ਆ ਤੇ ਹੌਸਲਾ ਨਹੀਂ ਧਾਰਦੇ। ਜੋ ਮਨ ਵਿਖੇ ਸੁਖ ਨੇ ਹਿਤ ਜਗਾਈ। ਤੇ ਇਸ ਤਰ੍ਹਾਂ ਸਾਧ ਸੰਗਤ ਵਿਸ਼ੇ ਵਿਕਾਰਾਂ ਦੇ ਵਿੱਚ ਖਚਿਤ ਹੋਇਆ ਮਨ ਜਿਵੇਂ ਸੁੱਖਾਂ ਦੇ ਵਾਸਤੇ ਭਜਦਾ ਦੌੜਦਾ ਹੈ, ਤ੍ਰਿਪਤ ਨਾ ਹੋਤ ਨਾ ਦਰਤਾ ਪਾਈ। ਪਰ ਤ੍ਰਿਪਤੀ ਨਹੀਂ ਹੁੰਦੀ, ਟਿਕਾਓ ਨਹੀਂ ਮਿਲਦਾ ਹੈ। ਪਲ ਪੰਖੀ ਰਹਿ ਤਰ ਛਾਇਆ। ਪਸ਼ੂ ਤੇ ਪੰਛੀ ਜਿੰਨੇ ਹਨ ਉਹ ਦਰਖਤਾਂ ਦੀ ਛਾਂ ਤੱਕਦੇ ਹਨ, ਐਸਾ ਤਪਤੈ ਤੇ ਸੁਖ ਪਾਇਆ। ਦਰਖਤਾਂ ਦੀ ਛਾਵੇਂ ਜਾ ਕੇ ਬਹਿੰਦੇ ਆ, ਤਪਤ ਤੋਂ ਗਰਮੀ ਤੋਂ ਜਾ ਕੇ ਸੁੱਖ ਪਾਉਂਦੇ ਹਨ। ਬਹੁਤ ਜਗਤ ਦੁਖ ਤੇ ਜਗਿਆਸੀ। ਇਸ ਪ੍ਰਕਾਰ ਸੰਸਾਰ ਦੇ ਵਿੱਚ ਜਿਵੇਂ ਸਾਧ ਸੰਗਤ ਜੀ ਕੋਈ ਜਗਿਆਸੂ ਪੁਰਖ ਹੁੰਦਾ ਹੈ ਤੇ ਉਹ ਉਪਰਾਮ ਹੋ ਕੇ ਬੜਾ ਦੁਖੀ ਹੁੰਦਾ ਹੈ, ਜੋ ਮਿਲ ਸਤ ਸੰਗਤ ਸੁਖ ਰਾਸੀ। ਤੇ ਉਹਨੂੰ ਸਾਧ ਸੰਗਤ ਜਿੱਥੇ ਜਿਵੇਂ ਸੁੱਖਾਂ ਦੀ ਰਾਸ, ਸੁੱਖਾਂ ਦਾ ਖਜ਼ਾਨਾ ਸਤ ਸੰਗਤ ਮਿਲ ਜਾਵੇ। ਭਾਵੇਂ ਬਹੁ ਸ਼ੀਤਲਤਾ ਬਾਣੀ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਪਾਣੀ ਹੈ ਸ਼ੀਤਲਤਾ ਵਾਲਾ ਠੰਡਾ, ਉਹ ਸਾਰਿਆਂ ਨੂੰ ਚੰਗਾ ਲੱਗਦਾ ਗਰਮੀ ਰੁੱਤੇ। ਭਾਗ ਜਗੇ ਜਿਉ ਗੁਰ ਕੀ ਬਾਣੀ। ਤੇ ਇਹ ਸ਼ੀਤਲਤਾ ਵਾਲੇ ਪਾਸੇ ਪੰਛੀ ਤੇ ਮਨੁੱਖ ਸਾਰੇ ਇਉਂ ਦੌੜਦੇ ਐ ਜਿਵੇਂ ਜਾਗੇ ਹੋਏ ਭਾਗਾਂ ਵੇਲੇ ਮਨੁੱਖ ਗੁਰੂ ਕੀ ਬਾਣੀ ਵੱਲ ਭਜਦਾ ਹੈ। ਇਹੋ ਜਿਹੇ ਗਰਮੀ ਦੇ ਮੌਸਮ ਵਿੱਚ ਸਤਿਗੁਰੂ ਨਾਨਕ ਦੇਵ ਜੀ ਜਗਤ ਦੇ ਮਾਲਕ ਇਹ ਗਰਮੀ ਦੇ ਵਿੱਚ ਵਿਚਰਦੇ ਆ, ਮੱਝਾਂ ਗਾਵਾਂ ਚਾਰਦੇ ਆ, ਲੀਲਾ ਵਰਤਾ ਰਹੇ ਹਨ, ਕੌਤਕ ਵਰਤਾ ਰਹੇ ਹਨ ਬੜੇ ਸ਼ੋਭਾ ਵਾਲੇ। ਜਿੱਥੇ ਦਰਖਤ ਦੀ ਬੜੀ ਸੋਹਣੀ ਰਮਣੀਕ ਛਾਂ ਹੈ, ਉੱਥੇ ਛਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਊਆਂ ਨੂੰ ਚਾਰਦੇ ਹਨ। ਜਿੱਥੇ ਸਾਧ ਸੰਗਤ ਬਹੁਤ ਸੁੰਦਰ ਜਲ ਹੈ, ਸ਼ੀਤਲਤਾ ਦਾ ਘਰ,
ਬਹੁਤ ਠੰਡੇ ਖੇਤ ਹਨ। ਖੇਲੇ ਬਾਲਕ ਮਿਲ ਨਾਲੀ। ਉੱਥੇ ਸਤਿਗੁਰੂ ਨਾਨਕ ਦੇਵ ਜੀ ਆਪਣੇ ਬਾਲਕ ਸਾਥੀਆਂ ਦੇ ਨਾਲ ਮਿਲ ਕੇ ਖੇਡਦੇ ਹਨ। ਸਰਬਾਸੁਰ ਬਨ ਬੀਚ ਵਿਹਾਰੈ। ਇਉਂ ਸਾਰਾ ਦਿਨ ਗਰਮੀ ਦੀ ਰੁੱਤ ਦਾ ਵਣ ਦੇ ਵਿੱਚ ਹੀ, ਜੰਗਲ ਦੇ ਵਿੱਚ ਸਤਿਗੁਰੂ ਦਾ ਖੇਤਾਂ ਵਿੱਚ ਬਤੀਤ ਹੁੰਦਾ ਹੈ। ਆਵੈ ਰਜਨੀ ਸਦਨ ਗੁਜ਼ਾਰੈ। ਜਦੋਂ ਸਾਧ ਸੰਗਤ ਰਾਤ ਆਉਂਦੀ ਹੈ, ਰਾਤ ਪਈ ਤੋਂ ਘਰ ਆਉਂਦੇ ਆ ਤੇ ਸਾਰੀ ਰਾਤ ਘਰ ਵਿੱਚ ਗੁਜ਼ਾਰਦੇ ਹਨ। ਗੋਬਰ ਧੂੜ ਬਦਨ ਪਰ ਲਾਗਾ। ਗਊਆਂ ਮੱਝਾਂ ਦੇ ਖੁਰਾਂ ਦੇ ਨਾਲ ਉੱਡ ਉੱਡ ਕੇ ਧੂੜ ਸਤਿਗੁਰੂ ਜੀ ਦੇ ਸੁੰਦਰ ਚਿਹਰੇ ਦੇ ਉੱਤੇ ਲੱਗਦੀ ਹੈ। ਜਨ ਪੰਕਜ ਸਭ ਸ਼ਬਦ ਪਰਾਗਾ। ਜਿਵੇਂ ਸਾਧ ਸੰਗਤ ਜੀ ਬੜਾ ਸੋਹਣਾ ਕਮਲ ਦਾ ਫੁੱਲ ਹੋਵੇ ਤੇ ਉਹਦੇ ਉੱਤੇ ਪਰਾਗ ਫੁੱਲਾਂ ਦੀ ਧੂੜੀ ਸ਼ੋਭਾ ਪਾਉਂਦੀ ਹੈ। ਅੰਗ ਵਸਾਏ ਮਾਤ ਬਦ ਜਾਈ। ਜਦੋਂ ਸਤਿਗੁਰੂ ਜੀ ਘਰ ਜਾਂਦੇ ਆ, ਇਉਂ ਲਿਬੜੇ ਤਿਬੜੇ ਮੁਖ ਦੇ ਨਾਲ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਗੋਦੀ ਦੇ ਵਿੱਚ ਬਿਠਾ ਕੇ ਬੜੇ ਬਲਹਾਰ ਕੁਰਬਾਨ ਜਾਂਦੇ ਹਨ। ਬਦਨ ਬਾਂਸ ਦੇਖੈ ਹਿਤ ਲਾਈ। ਸੋਹਣਾ ਮੁਖੜਾ ਪੂੰਝ ਕੇ ਬੜਾ ਹਿੱਤ ਲਾ ਕੇ ਪ੍ਰੇਮ ਲਾ ਕੇ ਸਤਿਗੁਰੂ ਜੀ ਵੱਲ ਤੱਕਦੇ ਹਨ। ਕਰਤ ਦਲਾਲ ਸੰਗ ਪ੍ਰੇ ਬਾਣੀ। ਬੜੀ ਪ੍ਰਿਆ ਬਾਣੀ, ਮਿੱਠੀ ਬਾਣੀ ਬੋਲ ਕੇ, ਮਿੱਠੇ ਬਚਨ ਬੋਲ ਕੇ ਸਤਿਗੁਰੂ ਨਾਲ ਲਾਡ ਦੁਲਾਰ ਕਰਦੇ ਹਨ। ਆਦਨ ਕੀਜੈ ਅਬ ਬਨ ਜਾਨੀ। ਤੇ ਉਸ ਵੇਲੇ ਮਾਤਾ ਜੀ ਕਹਿਣ ਲੱਗੇ ਕਿ ਪੁੱਤਰ, ਹੁਣ ਤੋਂ ਬਾਅਦ, ਅੱਜ ਤੋਂ ਬਾਅਦ ਜੰਗਲ ਦੇ ਵਿੱਚ ਇੰਨੀ ਗਰਮੀ ਦੀ ਰੁੱਤ ਵਿੱਚ ਨਾ ਜਾਇਆ ਕਰ। ਆਦ ਬਲ ਕੀ ਅੰਕ ਦੇ ਸੰਗਾ। ਦੇਖ ਕਹਿੰਦੇ ਤੇਰੇ ਅੰਗਾਂ ਦੇ ਨਾਲ, ਤੇਰੇ ਸਰੀਰ ਦੇ ਅੰਗਾਂ ਨੂੰ, ਤੇਰੇ ਮੁਖ ਨੂੰ ਕਿੰਨੀ ਗਰਮੀ ਲੱਗੀ ਹੈ। ਸਭ ਰੰਗੈ ਤੇ ਭਇਓ ਕੁਰੰਗਾ। ਤੇਰਾ ਇੰਨਾ ਸੋਹਣਾ ਸ਼ੁਭ ਸੁੰਦਰ ਰੰਗ ਹੈ, ਤੇਰਾ ਸੋਹਣਾ ਰੰਗ ਕਿਵੇਂ ਕੁਰੰਗਾ ਹੋ ਗਿਆ, ਕਿਵੇਂ ਰੰਗ ਤੇਰੇ ਸਰੀਰ ਦਾ ਕਾਲਾ ਹੋ ਗਿਆ ਹੈ। ਮਨ ਵਿਚਰਤੇ ਦੁਰਬਲ ਅੰਗਾ। ਔਰ ਵਨ ਵਿੱਚ ਵਿਚਰਦਿਆਂ, ਖੇਤਾਂ ਵਿੱਚ ਵਿਚਰਦਿਆਂ ਤੇਰੇ ਸਰੀਰ ਦੇ ਅੰਗ ਵੀ ਕਿੰਨੇ ਦੁਰਬਲ ਲਿੱਸੇ ਹੋ ਗਏ ਹਨ। ਔਰ ਮੈਂ ਖੇਲੋ ਸੰਗ ਮੰਗਾ। ਅੱਜ ਤੋਂ ਬਾਅਦ ਉਤਸ਼ਾਹ ਦੇ ਸਹਿਤ ਆਪਣੇ ਮਨ ਦੀ ਇੱਛਾ ਅਨੁਸਾਰ ਨਗਰ ਦੇ ਵਿੱਚ ਹੀ ਬੱਚਿਆਂ ਨਾਲ ਖੇਡਿਆ ਕਰੋ, ਸਾਧਨ ਮਨ ਮੈਂ ਕਰੋ ਗੁਜ਼ਾਰਨਾ। ਕਿਉਂਕਿ ਤੁਸੀਂ ਪਹਿਲਾਂ ਸਾਰਾ ਦਿਨ ਜਾ ਕੇ ਜੰਗਲ ਦੇ ਵਿੱਚ, ਖੇਤਾਂ ਵਿੱਚ ਗੁਜ਼ਾਰਦੇ ਰਹੇ ਹੋ। ਕਰ ਰਹੀਏ ਮੇਰੇ ਵਿਦਾਰਨਾ। ਹੁਣ ਕਹਿੰਦੇ ਗਾਵਾਂ ਮੱਝਾਂ ਚਾਰਨ ਵਾਸਤੇ ਨਹੀਂ ਜਾਣਾ, ਤੁਸੀਂ ਘਰੇ ਹੀ ਰਹੋ। ਹਰ ਦਲਾਲ ਕੋ ਸੁਤ ਬੈ ਸਾਇਓ। ਇਉਂ ਬੜਾ ਲਾਡ ਦੁਲਾਰ ਕਰਕੇ ਲੜਾ ਕੇ ਮਾਤਾ ਨੇ ਆਪਣੇ ਪੁੱਤਰ ਨੂੰ ਬਿਠਾਇਆ। ਚੜਤ ਕਾਲੇ ਕਾਲੂ ਆਇਓ। ਜਦੋਂ ਸਾਧ ਸੰਗਤ ਸ਼ਾਮ ਦੇ ਸਮੇਂ ਪਿਤਾ ਮਹਿਤਾ ਕਾਲੂ ਜੀ ਚੱਲ ਕੇ ਘਰ ਆਏ ਸੋ ਕਹਿਤ ਏਕ ਹਮ ਤਾਤਾ। ਤੇ ਆਪਣੇ ਪਤੀ ਮਹਿਤਾ ਕਾਲੂ ਜੀ ਨੂੰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਕਿ ਸਾਡੇ ਘਰ ਵਿੱਚ ਇੱਕੋ ਇੱਕ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਹਨ। ਸੋ ਕੀਨਾ ਸੁਰਪੀ ਕੋ ਤ੍ਰਾਤਾ। ਕਹਿੰਦੇ ਅਸੀਂ ਉਹਨਾਂ ਨੂੰ ਵੀ ਗਾਵਾਂ ਮੱਝਾਂ ਦਾ ਰਖਵਾਲਾ ਲਾ ਰੱਖਿਆ ਹੈ। ਸਰਵਾਸੁਰ ਬਨ ਬੀਚ ਵਿਹਾਰ। ਸਾਰਾ ਦਿਨ ਮੇਰੇ ਪੁੱਤਰ ਦਾ ਜੰਗਲਾਂ ਦੇ ਵਿੱਚ ਹੀ ਵਿਚਰਦਿਆਂ ਲੰਘ ਜਾਂਦਾ ਹੈ। ਕੁਮਲਾਵਤ ਕਮਲਾਨਨ ਚਾਰੂ। ਗਰਮੀ ਦੇ ਨਾਲ ਦੇਖੋ ਇਹਨਾਂ ਦਾ ਸੁੰਦਰ ਮੁਖੜਾ ਕਿਵੇਂ ਕੁਮਲਾ ਗਿਆ ਹੈ। ਆਪਣਾ ਬੇਟੀਏ ਸੁਰਬੀ ਸੰਗਾ। ਤੇ ਕਹਿਣ ਲੱਗੀ ਪਤੀ ਜੀ, ਹੁਣ ਨਾ ਇਹਨਾਂ ਨੂੰ ਮੱਝਾਂ ਗਾਵਾਂ ਦੇ ਸਮੇਤ ਜੰਗਲ ਵਿੱਚ ਭੇਜਿਓ। ਹੋਏ ਵੇ ਦੁਰਬਲ ਮਰਿੰਦਲ ਸੋ ਅੰਗਾ। ਦੇਖੋ ਇਹਨਾਂ ਦੇ ਕੋਮਲ ਅੰਗ ਕਿੰਨੇ ਲਿੱਸੇ ਹੋ ਗਏ ਹਨ। ਜਗਦੰਬਦ ਸਮਝੇ ਅਸਰੀਤੀ। ਸੋ ਜਦੋਂ ਸਾਧ ਸੰਗਤ ਦੀ ਦੰਪਤੀ ਨੇ, ਇਸ ਸੁਭਾਗੀ ਜੋੜੀ ਨੇ ਇਸ ਤਰੀਕੇ ਦੇ ਨਾਲ ਗੱਲ ਨੂੰ ਸਮਝਿਆ, ਪਤੀ ਪੁੱਤਰ ਸੋ ਪਾਵਨ ਪ੍ਰੀਤੀ। ਉਸ ਵੇਲੇ ਸਾਧ ਸੰਗਤ ਜੀ ਪੁੱਤਰ ਦੀ ਹਾਲਤ ਦੇਖ ਕੇ ਤੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੋਵਾਂ ਦੇ ਮਨ ਵਿੱਚ ਆਪਣੇ ਪੁੱਤਰ ਪ੍ਰਤੀ ਪ੍ਰੇਮ ਹੋਰ ਵੱਧ ਗਿਆ। ਉਸ ਤੋਂ ਬਾਅਦ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਦੇ ਜੰਗਲਾਂ ਵਿੱਚ ਮੱਝਾਂ ਗਾਵਾਂ ਚਰਾਉਣ ਵਾਸਤੇ ਇਹਨਾਂ ਨੇ ਭੇਜਿਆ, ਸਗੋਂ ਘਰੇ ਰੱਖ ਕੇ ਮਾਤਾ ਪਿਤਾ ਨੇ ਬਹੁਤਾ ਸੁੱਖ ਪ੍ਰਾਪਤ ਕੀਤਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਬੜੇ ਸੁਘੜ ਸਿਆਣੇ ਚਤੁਰ ਦਿਮਾਗ ਵਾਲੇ ਹਨ ਔਰ ਸੁਖ ਸਾਗਰ ਹਨ, ਸੁੱਖਾਂ ਦੇ ਸਮੁੰਦਰ ਹਨ ਜਗਤ ਉਜਾਗਰ ਰੂਪ। ਔਰ ਸੰਸਾਰ ਦੇ ਵਿੱਚ ਉਜਾਗਰ ਹੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਰੂਪ ਧਾਰਨ ਕੀਤਾ ਹੋਇਆ ਹੈ। ਭਗਤ ਪ੍ਰਕਾਸ਼ ਕੋ ਉਹਨਾਂ ਸਾਧ ਸੰਗਤ ਜੀ ਦੇ ਆਉਣ ਦਾ ਜਿਹੜਾ ਮਕਸਦ ਹੈ, ਸਤਿਗੁਰੂ ਨਾਨਕ ਦੇਵ ਜੀ ਦਾ ਕਰਨੇ ਭਗਤ ਪ੍ਰਕਾਸ਼ ਕੋ, ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ, ਭਗਤੀ ਨੂੰ ਫੈਲਾਉਣ ਵਾਸਤੇ ਸੰਸਾਰ ਵਿੱਚ ਆਏ ਹਨ। ਅਨੂਪ ਉਪਮਾ ਤੋਂ ਰਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦੇਹੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰ ਇਉਂ ਬਿਰਧਤ ਵੱਡਾ ਹੋ ਰਿਹਾ ਹੈ। ਦਿਨੋਂ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਵਾਨ ਹੋ ਰਹੇ ਹਨ।
ਸੋ ਇੱਥੇ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਵਾਰ ਦੇ ਰਾਏ ਬਲਾਰ ਸ਼ਰਧਾ ਦੈਨ ਪ੍ਰਸੰਗ ਵਰਣਨੰ ਨਾਮ ਇਕਾਦਸ਼ਮੋ ਅਧਿਆਏ। ਇੱਕਾ ਤੇ ਦਸ਼ਮੋ, 1 ਅਤੇ 10 ਭਾਵ 11ਵਾਂ ਅਧਿਆਏ ਜਿਹੜਾ ਇੱਥੇ ਸੰਪੂਰਨ ਹੋ ਗਿਆ ਹੈ। ਕਥਾ ਵਿਚਾਰਾਂ ਦੌਰਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਵਿਦਵਾਨ ਸੱਜਣਾ ਨੇ ਬਖਸ਼ ਲੈਣਾ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜਿਹੜੇ ਕਿਰਪਾ ਦੇ ਘਰ ਹਨ, ਤੁਹਾਡੀਆਂ ਅਰਦਾਸਾਂ ਬੇਨਤੀਆਂ ਨੂੰ ਸੁਣ ਕੇ ਬਖਸ਼ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਗੁਰਸਿੱਖੀ ਪ੍ਰਚਾਰ ਪ੍ਰਸਾਰ ਦੀ ਸੇਵਾ, ਆਪ ਸੰਗਤਾਂ ਦਾ ਪ੍ਰੇਮ ਪਿਆਰ ਇਸੇ ਪ੍ਰਕਾਰ ਬਣਾਈ ਰੱਖਣ। ਆਓ ਸਮਾਪਤੀ ਦੀਆਂ ਤੁਕਾਂ ਦੋਹਰਾ ਪੜ੍ਹ ਕੇ ਫਿਰ ਅਰਦਾਸ ਵਿੱਚ ਹਾਜ਼ਰ ਹੋਈਏ ਜੀ।